ਆਮ ਮੁਲਾਜ਼ਮਾਂ ਨੂੰ ਤਾਂ ਜਿਹੜਾ ਉਹ ਬਣਦਾ ਹੱਕ ਨਹੀਂ ਮਿਲ ਰਿਹਾ, ਤਾਂ ਜਿਹੜੇ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਉਹ 3-3 4-4 ਵਾਰ ਦੀਆਂ ਪੈਨਸ਼ਨਾਂ ਦਾ ਲੁਤਫ ਕਿਉਂ ਉਠਾ ਰਹੇ ਨੇ? ਆਖਰ ਐਸਾ ਕਿਉਂ? ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਜਿਹੜੀ ਹੈ ਉਹ ਮਿਲੇਗੀ ਔਰ ਅੱਛਾ ਕਦਮ ਹੈ। ਬਾਕੀ ਪਾਰਟੀਆਂ ਵੀ ਜਿਹੜੀਆਂ ਨੇ, ਕਾਂਗਰਸ ਦੇ ਕਈ ਵਿਧਾਇਕਾਂ ਨੇ, ਖਾਸ ਤੌਰ ਤੇ ਪ੍ਰਗਟ ਸਿੰਘ ਨੂੰ ਮੈਂ ਸੁਣ ਰਿਹਾ ਸੀ, ਸਵਾਗਤ ਕੀਤਾ ਉਹਨਾਂ ਨੇ ਇਸ ਚੀਜ਼ ਦਾ। ਪਰ ਨਾਲ ਦੀ ਨਾਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਹੋਰ ਪਾਸਿਆਂ ਤੇ ਵੀ ਨਿਗਾਹ ਮਾਰੇ। ਤਾਂ ਹੁਣ ਲੋਕ ਫਿਰ ਤੋਂ ਮਾਨ ਸਰਕਾਰ ਦੇ ਖਿਲਾਫ ਹੋ ਗਈ ਹੈ ਕਿ ਇਹ ਤਾਂ ਸਿਰਫ ਲਾਰੇ ਹੀ ਲਾਉਂਦੇ ਨੇ ਜੀ। ਬਿਜਲੀ ਮੁਫਤ ਦੇਣ ਦੀ ਗੱਲ ਆਈ ਤਾਂ ਉਸ ਵੇਲੇ ਸ਼ਰਤਾਂ ਲਾ ਦਿੱਤੀਆਂ ਗਈਆਂ ਕਿ ਜਨਰਲ ਕੈਟਾਗਰੀ ਨੂੰ ਇਸ ਤਰੀਕੇ ਨਾਲ ਹੈਗਾ, ਐਸਸੀ ਨੂੰ ਇਸ ਤਰੀਕੇ ਨਾਲ ਹੈਗਾ, ਬੀਸੀ ਨੂੰ ਇਸ ਤਰੀਕੇ ਨਾਲ ਦੇਵਾਂਗੇ। ਸੋ ਉਹ ਸ਼ਰਤਾਂ ਨੇ ਜਿਹੜੀਆਂ ਹੁਣ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਹਜ਼ਮ ਨਹੀਂ ਆ ਰਹੀਆਂ ਕਿ ਜਿਸ ਵੇਲੇ ਤੁਸੀਂ ਚੋਣਾਂ 'ਚ ਪ੍ਰਚਾਰ ਕਰ ਰਹੇ ਸੀ ਉਸ ਵੇਲੇ ਤਾਂ ਤੁਸੀਂ ਕਹਿ ਰਹੇ ਸੀ ਕਿ ਬਿਨਾਂ ਸ਼ਰਤ ਜਿਹੜੇ ਆ ਸਾਰੇ ਵਰਗਾਂ ਨੂੰ ਇਸ ਜਿਹੜਾ ਸਕੀਮ ਦਾ ਲਾਹਾ ਮਿਲੇਗਾ, ਫਾਇਦਾ ਮਿਲੇਗਾ। ਹੁਣ ਤੁਸੀਂ ਸ਼ਰਤਾਂ ਇੰਪੋਜ਼ ਕਰ ਦਿੱਤੀਆਂ। ਬਿਜਲੀ ਵੀ ਹੈਗੀ ਆ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਟੋਟਲੀ ਤੌਰ ਤੇ ਚਲੀ ਜਾਏਗੀ ਔਰ ਸਭ ਤੋਂ ਬੜਾ ਖਦਸ਼ਾ ਕਿਸਾਨਾਂ ਨੂੰ ਹੈ ਕਿ ਉਹਨਾਂ ਨੂੰ ਜਿਹੜੀ ਸਬਸਿਡੀ ਮਿਲਦੀ ਹੈ, ਮੁਫਤ ਬਿਜਲੀ ਮਿਲਦੀ ਹੈ, ਉਸ ਦੇ ਉੱਪਰ ਰੋਕ ਲੱਗ ਸਕਦੀ ਹੈ ਕਿਉਂਕਿ ਉਹਦੇ ਵਿੱਚ ਕਈ ਕਲੌਜ਼ਸ ਜਿਹੜੀਆਂ ਹੈਗੀਆਂ ਨੇ ਉਹ ਇਹੋ ਜਿਹੀਆਂ ਹੈਗੀਆਂ ਨੇ। ਪੰਜਾਬ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ ਹੈ, ਬਸ ਕਾਂਗਰਸ ਤੇ ਅਕਾਲੀਆਂ ਨੂੰ ਹੀ ਦੁੱਖ ਤਕਲੀਫ ਹੈਗੀ ਹੈ, ਇਸ ਕਰਕੇ ਉਹ ਧਰਨੇ ਲਾ ਲੈਂਦੇ ਨੇ। ਇਹ ਚੀਜ਼ ਕਹਿ ਦੇਣੀ ਕਿ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹ ਕਾਂਗਰਸੀ ਨੇ ਜਾਂ ਉਹ ਅਕਾਲੀ ਨੇ, ਮੇਰੇ ਖਿਆਲ ਇਹ ਠੀਕ ਨਹੀਂ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਰਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹਫ਼ਤੇ ਦੇ ਵਿੱਚ 2 ਦਿਨ ਲਾਈਵ ਅਸੀਂ ਲੈ ਕੇ ਆਉਂਦੇ ਹਾਂ ਵੱਖ-ਵੱਖ ਅਖਬਾਰਾਂ ਦੀਆਂ ਸਰਗਰਮੀਆਂ। ਤੁਸੀਂ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ, ਜਿਸ ਦੇ ਲਈ ਲਗਾਤਾਰ 2 ਨੰਬਰ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰਨੀ ਹੈ ਤੇ ਸਿੱਧਾ ਰਾਬਤਾ ਬਣਾਉਣਾ ਜੀ। ਚੰਡੀਗੜ੍ਹ ਸਟੂਡੀਓ ਦੇ ਵਿੱਚ ਪਹਿਲਾ ਨੰਬਰ ਹੈਗਾ 888 923 2656। ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਬੈਠੇ ਹੋ ਡਾਇਰੈਕਟ ਸਾਡੇ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਤੇ ਅਗਲਾ ਨੰਬਰ ਪੰਜਾਬ ਤੇ ਭਾਰਤ ਦੇ ਵਸਨੀਕਾਂ ਦੇ ਲਈ ਰੱਖਿਆ ਹੋਇਆ ਉਹ ਨੰਬਰ ਹੈਗਾ ਜੀ 88 725 88 835। ਤੁਹਾਡੇ ਪਿੰਡ, ਤੁਹਾਡੇ ਸ਼ਹਿਰ, ਤੁਹਾਡੇ ਗਲੀ ਮੁਹੱਲੇ ਦੀ ਕੋਈ ਖਬਰ ਜੋ ਅਖਬਾਰ ਦੀ ਹਿੱਸਾ ਨਹੀਂ ਬਣ ਸਕੀ ਤੇ ਨਾ ਹੀ ਟੈਲੀਵਿਜ਼ਨ ਦੀਆਂ ਸੁਰਖੀਆਂ ਬਣ ਸਕੀ ਹੈ, ਉਹ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ ਲਗਾਤਾਰ ਲਾਈਵ ਚੱਲ ਰਿਹਾ। ਟੈਲੀਵਿਜ਼ਨ ਦੇ ਜ਼ਰੀਏ ਵੀ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ ਤੇ ਨਾਲ ਦੀ ਨਾਲ ਫੇਸਬੁੱਕ ਦੇ ਜ਼ਰੀਏ ਵੀ ਤੁਸੀਂ ਸਾਨੂੰ ਲਾਈਵ ਦੇਖ ਰਹੇ ਹੋ। ਉੱਥੇ ਵੀ ਤੁਸੀਂ ਕਮੈਂਟਸ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਜਿਹੜੇ ਉਹ ਰੱਖ ਸਕਦੇ ਹੋ। ਹੁਣ ਅਸੀਂ ਸਵਾਗਤ ਕਰਾਂਗੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਬਲਦੀਪ ਸਿੰਘ ਕੰਗ ਜੀ ਦਾ। ਸਤਿ ਸ਼੍ਰੀ ਅਕਾਲ ਬਲਦੀਪ ਜੀ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਨਵਦੀਪ ਜੀ, ਸਵਾਗਤ ਹੈ ਸਾਰਿਆਂ ਦਾ, ਦਰਸ਼ਕਾਂ ਦਾ, ਔਰ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਦਰਸ਼ਕ ਇਸ ਪ੍ਰੋਗਰਾਮ ਦਾ ਇੰਤਜ਼ਾਰ ਕਰਦੇ ਨੇ ਔਰ ਜਾਣਨਾ ਚਾਹੁੰਦੇ ਨੇ ਕਿ ਨਿਊਜ਼ ਬਿਹਾਈਂਡ ਨਿਊਜ਼, ਖਬਰ ਦੇ ਪਿੱਛੇ ਦੀ ਖਬਰ ਕੀ ਹੈਗੀ ਹੈ। ਉਹਨਾਂ ਨੂੰ ਜ਼ਰੂਰ ਇਸ ਪ੍ਰੋਗਰਾਮ ਦੇ ਜ਼ਰੀਏ ਆਪਾਂ ਉਹ ਚੀਜ਼ ਦੱਸਾਂਗੇ ਔਰ ਦਰਸ਼ਕ ਆਪਣੀ ਵੀ ਰਾਏ ਜਿਹੜੀ ਹੈ ਉਹ ਰੱਖ ਸਕਦੇ ਨੇ ਜੀ। ਬਿਲਕੁਲ। ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਵਾਂ ਕਿ ਲਗਾਤਾਰ ਅਸੀਂ ਲਾਈਵ ਤੁਹਾਡੇ ਨਾਲ ਬਣੇ ਹੋਏ ਹਾਂ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅੱਜ ਦੀਆਂ ਖਬਰਾਂ ਹਰ ਵਾਰ ਦੀ ਤਰ੍ਹਾਂ ਬਹੁਤ ਅਹਿਮ ਰਹਿਣ ਵਾਲੀਆਂ ਨੇ ਕਿਉਂਕਿ ਸਭ ਤੋਂ ਪਹਿਲਾਂ ਅਕਸਰ ਅਸੀਂ ਕਿੰਨੇ ਹੀ ਸਾਲਾਂ ਤੋਂ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਸੀ ਕਿ ਜਿੰਨੇ ਵੀ ਵਿਧਾਇਕ ਬਣਦੇ ਨੇ ਉਸ ਤੋਂ ਬਾਅਦ ਜਿੰਨੇ ਵਾਰ ਵਿਧਾਇਕ ਬਣਦੇ ਰਹਿੰਦੇ ਨੇ ਓਨੀਆਂ ਹੀ ਪੈਨਸ਼ਨਾਂ ਨੇ ਜਿਹੜੀਆਂ ਲੈਂਦੇ ਰਹਿੰਦੇ ਨੇ। ਸੋ ਅਖਬਾਰਾਂ ਦੇ ਵਿੱਚ ਵੀ ਛਪਿਆ, ਰਸਾਲਿਆਂ ਦੇ ਵਿੱਚ ਵੀ ਛਪਿਆ, ਟੈਲੀਵਿਜ਼ਨ ਤੇ ਵੀ ਰਿਪੋਰਟਸ ਪੇਸ਼ ਕੀਤੀਆਂ ਗਈਆਂ, ਪਰ ਕੋਈ ਹੱਲ ਨਾ ਨਿਕਲਿਆ ਕਿਉਂਕਿ ਵਾਰੀ-ਵਾਰੀ ਅਕਾਲੀ ਦਲ ਤੇ ਕਾਂਗਰਸ ਹੈ ਜਿਹੜਾ ਉਹੀ ਕਾਬਜ ਰਿਹਾ ਤੇ ਉਹੀ ਆਪਣੇ ਭਾਈਵਾਲਾਂ ਨੂੰ ਜਿਹੜੀਆਂ ਪੈਨਸ਼ਨਾਂ ਨੇ ਉਹ ਵੰਡਦਾ ਰਿਹਾ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਆ ਤਾਂ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ, ਜਦੋਂ ਇਹਨਾਂ ਵੱਲੋਂ ਰੈਲੀਆਂ ਕੀਤੀਆਂ ਜਾਂਦੀਆਂ ਸੀ, ਉਦੋਂ ਹੀ ਇਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਵੱਡਾ ਕੰਮ ਉਹੀ ਕਰਨਗੇ ਕਿ ਜੋ ਲੋਕਾਂ ਦਾ ਪੈਸਾ, ਜੋ ਲੋਕਾਂ ਦੇ ਖੂਨ ਕਮਾਈ ਤੋਂ ਇਕੱਠਾ ਹੋਇਆ, ਹਰ ਥਾਂ ਤੇ ਪਾਣੀ ਤੇ ਟੈਕਸ ਦੇਣਾ ਪੈਂਦਾ, ਚਾਹ ਤੇ ਟੈਕਸ ਦੇਣਾ ਪੈਂਦਾ, ਉਹ ਕਿਹੜੀ ਛੋਟੀ ਛੋਟੀ ਚੀਜ਼ ਹੈ ਜਿਸ ਤੇ ਉਹਨਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ, ਉਹ ਸਾਰਾ ਇਕੱਠਾ ਹੋ ਕੇ ਤਾਂ ਸਾਡੀ ਜਿਹੜੀਆਂ ਸਰਕਾਰਾਂ ਨੇ ਉਹੀ ਲੈ ਜਾਂਦੀਆਂ ਨੇ। ਪਰ ਹੁਣ ਉਸਦੇ ਕਾਬਜ ਹੋ ਗਿਆ ਜਿਹੜਾ, ਤੇ ਉਹ ਇਹਦੇ ਵਿੱਚ ਹੁਣ ਮੇਨ ਗੱਲ ਇਹ ਹੈ ਕਿ ਹੁਣ ਇੱਕ ਵਿਧਾਇਕ ਇੱਕ ਪੈਨਸ਼ਨ ਹੈ ਜਿਹੜਾ ਉਹ ਕਾਨੂੰਨ ਹੈ ਜਿਹੜਾ ਲਾਗੂ ਕਰ ਦਿੱਤਾ ਗਿਆ। ਗਵਰਨਰ ਦੀ ਪ੍ਰਵਾਨਗੀ ਤੋਂ ਪਿੱਛੋਂ ਨੋਟੀਫਿਕੇਸ਼ਨ ਜਾਰੀ ਵੀ ਹੋ ਚੁੱਕਿਆ ਤਾਂ ਬਹੁਤ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਕਈ ਵਿਧਾਇਕ ਸੀਗੇ ਜਿਹੜੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਸੀਗੇ, ਤਾਂ ਜਿਨ੍ਹਾਂ ਦੇ ਵਿੱਚ ਕਈ ਜਿਹੜੀਆਂ ਵੱਡੀਆਂ ਹਸਤੀਆਂ ਨੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋ ਗਏ, ਬੀਬੀ ਭੱਠਲ ਹੋ ਗਏ, ਕੈਪਟਨ ਅਮਰਿੰਦਰ ਹੋ ਗਏ ਜੀ, ਇਹੀ ਕਈ ਹੋਰ ਸ਼ਖਸੀਅਤਾਂ ਨੇ ਜਿਹੜੀ ਡਬਲ ਟ੍ਰਿਪਲ 5 ਵਾਰ ਜਿਹੜੀ ਪੈਨਸ਼ਨ ਲੈਂਦੇ ਸੀਗੇ। ਵਧੇਰੇ ਜਾਣਕਾਰੀ ਦੇ ਲਈ ਆਪਾਂ ਵਧਾਂਗੇ ਬਲਦੀਪ ਜੀ ਵੱਲ। ਬਲਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਨਵਦੀਪ, ਬਿਲਕੁਲ ਅਕਸਰ ਇਹ ਗੱਲਾਂ
ਜਿਹੜੀਆਂ ਨੇ ਉੱਠਦੀਆਂ ਸੀ, ਖਾਸ ਤੌਰ ਤੇ ਸਿਆਸੀ ਜਿਹੜੇ ਲੋਕ ਸੀ, ਨੁਮਾਇੰਦੇ ਸੀ ਉਹਨਾਂ ਦੇ ਲਈ, ਕਿਉਂਕਿ ਅਕਸਰ ਤੁਸੀਂ ਦੇਖਿਆ ਕਿ ਜਿਹੜੇ ਮੁਲਾਜ਼ਮ ਹੁੰਦੇ ਨੇ, ਸਰਕਾਰੀ ਮੁਲਾਜ਼ਮ ਹੁੰਦੇ ਨੇ, ਉਹ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਆਪਣੀਆਂ ਸਿਰਫ ਤਨਖਾਹਾਂ ਦੇ ਲਈ, ਸਿਰਫ ਕਿ ਸਾਨੂੰ ਜਿਹੜੀ ਹੈ ਬਣਦੀ ਸਾਡੀ ਤਨਖਾਹ ਹੈਗੀ ਆ, ਜੋ ਸੈਲਰੀ ਹੈਗੀ ਆ ਉਹੀ ਮਿਲ ਜਾਵੇ, ਇੰਨਾ ਹੀ ਬਹੁਤ ਹੈ। ਪਰ ਸਰਕਾਰ ਦੀਆਂ ਨੀਤੀਆਂ ਜਿਸ ਦੇ ਵਿੱਚ ਕਿ ਨਿੱਜੀਕਰਨ ਜਾਂ ਕਹਿ ਲਓ ਕਿ ਐਡਹੌਕ ਤੇ ਅਪੁਆਇੰਟ ਕਰਨਾ, ਕੰਟਰੈਕਟ ਤੇ ਅਪੁਆਇੰਟ ਕਰਨਾ, ਇਹਨਾਂ ਦੇ ਕਰਕੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਤਨਖਾਹ ਵੀ ਹੈਗੀ ਆ ਉਹ ਨਹੀਂ ਮਿਲਦੀ। ਪਿਛਲੇ ਦਿਨੀ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਜਿਹੜਾ ਧਰਨਾ ਪ੍ਰਦਰਸ਼ਨ, ਗੇਟ ਰੈਲੀਆਂ ਕਰਦੇ ਹੋਏ ਨਜ਼ਰ ਆਏ ਨੇ, ਚਾਹੇ ਉਹ ਪਿਛਲੀ ਕਾਂਗਰਸ ਦੀ ਸਰਕਾਰ ਹੋਵੇ, ਸਰਕਾਰ ਬਦਲੀ ਹੈ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਫਿਰ ਵੀ ਉਹ ਧਰਨੇ ਪ੍ਰਦਰਸ਼ਨ ਕਰਦੇ ਹੀ ਨਜ਼ਰ ਆ ਰਹੇ ਨੇ। ਤੀਜੇ ਕੁ ਦਿਨ ਜਿਹੜਾ ਟਰਾਂਸਪੋਰਟ ਮਹਿਕਮੇ ਦੇ ਵੱਲੋਂ, ਮੁਲਾਜ਼ਮਾਂ ਦੇ ਵੱਲੋਂ ਕੋਈ ਨਾ ਕੋਈ ਹੜਤਾਲ ਜਿਹੜੀ ਹੈ ਉਹ ਉਸ ਦਾ ਐਲਾਨ ਕੀਤਾ ਹੁੰਦਾ। ਦੂਜੇ ਪਾਸੇ ਇਹੀ ਮੁਲਾਜ਼ਮ ਤੇ ਆਮ ਲੋਕ ਇਹ ਸਵਾਲ ਚੁੱਕਦੇ ਸੀ ਕਿ ਆਮ ਮੁਲਾਜ਼ਮਾਂ ਨੂੰ ਤਾਂ ਜਿਹੜਾ ਉਹ ਬਣਦਾ ਹੱਕ ਨਹੀਂ ਮਿਲ ਰਿਹਾ, ਤਾਂ ਜਿਹੜੇ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਉਹ 3-3 4-4 ਵਾਰ ਦੀਆਂ ਪੈਨਸ਼ਨਾਂ ਦਾ ਲੁਤਫ ਕਿਉਂ ਉਠਾ ਰਹੇ ਨੇ, ਆਖਰ ਐਸਾ ਕਿਉਂ? ਸੋ ਇਹ ਲੰਮਾ ਸਮਾਂ ਇਹ ਚਰਚਾ ਹੁੰਦੀ ਰਹੀ ਹੈ। ਫਾਈਨਲੀ ਜਿਹੜਾ ਹੁਣ ਇਹ ਬਿੱਲ ਪਾਸ ਹੋਇਆ ਸੀ, ਇਸ ਨੂੰ ਗਵਰਨਰ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਔਰ ਨੋਟੀਫਿਕੇਸ਼ਨ ਬਕਾਇਦਾ ਇਸ ਦਾ ਜਾਰੀ ਹੋ ਚੁੱਕਿਆ। ਤੇ ਹੁਣ ਜਿਹੜੇ ਨੇ ਉਹ ਇੱਕ ਵਿਧਾਇਕ ਇੱਕ ਪੈਨਸ਼ਨ ਜਿਹੜਾ ਉਹ ਲਾਗੂ ਹੋਏਗਾ। ਔਰ ਇਸ ਨੂੰ ਆਪਾਂ ਹੋਰ ਬਰੀਕੀ ਨਾਲ ਐ ਸਮਝੀਏ ਕਿ ਇੱਕ ਵਿਧਾਇਕ, ਇੱਕ ਵਾਰ ਜਦੋਂ ਕੋਈ ਵਿਧਾਇਕ ਬਣਦਾ ਤਾਂ ਉਸ ਨੂੰ 75,000 ਰੁਪਇਆ 75,000 ਉਹਦੀ ਸੈਲਰੀ ਜਿਹੜੀ ਲੱਗਦੀ ਹੈਗੀ ਆ। ਅਗਰ ਉਹ ਦੂਸਰੀ ਵਾਰ ਚੁਣਿਆ ਜਾਂਦਾ ਉਹੀ ਵਿਧਾਇਕ, ਤਾਂ ਉਸ ਦੇ ਜਿਹੜਾ 75,000 ਦਾ 66% ਵਾਧਾ ਹੋ ਜਾਂਦਾ। ਮਤਲਬ ਮੋਟਾ ਹਿਸਾਬ ਲਾ ਲਈਏ ਕਿ 75,000 ਔਰ 75,000 ਦਾ 66% 50,000 ਦੇ ਕਰੀਬ ਬਣਦਾ ਹੈਗਾ, ਔਰ 75,000 ਪਲੱਸ 50,000 1,25,000 ਬਣ ਜਾਂਦਾ। ਤਾਂ ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਜਿਹੜੇ 5 ਵਾਰ 6 ਵਾਰ 7 ਵਾਰ ਜਿਹੜੇ ਵਿਧਾਇਕ ਚੁਣੇ ਗਏ ਨੇ ਉਹਨਾਂ ਦੀ ਪੈਨਸ਼ਨ ਮੇਰੇ ਹਿਸਾਬ ਨਾਲ 5 ਲੱਖ ਤੋਂ ਜ਼ਿਆਦਾ ਹੋਏਗੀ। ਤੋ ਉਸ ਚੀਜ਼ ਨੂੰ ਖਤਮ ਕਰਦਿਆਂ ਜਿਹੜਾ ਹੁਣ ਇਹ ਕਦਮ ਚੁੱਕਿਆ ਗਿਆ ਕਿ ਜਿਹਦੀ 75,000 ਰੁਪਇਆ ਇੱਕ ਵਾਰ ਸੈਲਰੀ ਲੱਗਦੀ ਹੈਗੀ ਹੈ ਉਸੇ ਤਹਿਤ ਹੋਏਗਾ। ਜੋ 66% ਹਰ ਵਾਰ ਦਾ ਵਾਧਾ ਹੁੰਦਾ ਸੀ ਉਹ ਨਹੀਂ ਹੋਏਗਾ। ਹੁਣ ਇਹ ਦੇਖਣਾ ਇਹ ਹੋਏਗਾ ਜਿਵੇਂ ਕਿ ਮੁਲਾਜ਼ਮਾਂ ਦੇ ਵਿੱਚ ਡੀਏ ਦਾ ਵਾਧਾ ਹੁੰਦਾ ਹੈਗਾ ਸਰਕਾਰੀ ਮੁਲਾਜ਼ਮਾਂ ਦੇ ਵਿੱਚ, ਉਹ ਕਿਸ ਤਰੀਕੇ ਨਾਲ ਕਰਨਗੇ ਵਿਧਾਇਕਾਂ ਦਾ, ਇਹ ਚੀਜ਼ ਦੇਖਣੀ ਹੋਏਗੀ। ਬਟ ਹਾਂ, ਇਹ ਚੀਜ਼ ਲਾਗੂ ਜ਼ਰੂਰ ਹੋ ਗਈ ਹੈ ਕਿ ਇੱਕ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਜਿਹੜੀ ਹੈ ਉਹ ਮਿਲੇਗੀ ਔਰ ਅੱਛਾ ਕਦਮ ਹੈ। ਬਾਕੀ ਪਾਰਟੀਆਂ ਵੀ ਜਿਹੜੀਆਂ ਨੇ, ਕਾਂਗਰਸ ਦੇ ਕਈ ਵਿਧਾਇਕਾਂ ਨੇ, ਖਾਸ ਤੌਰ ਤੇ ਪ੍ਰਗਟ ਸਿੰਘ ਨੂੰ ਮੈਂ ਸੁਣ ਰਿਹਾ ਸੀ, ਸਵਾਗਤ ਕੀਤਾ ਉਹਨਾਂ ਨੇ ਇਸ ਚੀਜ਼ ਦਾ। ਪਰ ਨਾਲ ਦੀ ਨਾਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਹੋਰ ਪਾਸਿਆਂ ਤੇ ਵੀ ਨਿਗਾਹ ਮਾਰੇ, ਕਿਤੇ ਇਹ ਨਾ ਹੋਵੇ ਕਿ ਪੰਜਾਬ ਦੇ ਟੈਕਸ ਪੇਅਰ ਦਾ ਜਿਹੜਾ ਪੈਸਾ ਬਚ ਰਿਹਾ ਉਹ ਕਿਤੇ ਦਿੱਲੀ ਜਾਂ ਹੋਰ ਸੂਬਿਆਂ ਦੇ ਪ੍ਰਚਾਰ ਦੇ ਵਿੱਚ ਲੱਗ ਜਾਵੇ। ਉਹਨਾਂ ਦਾ ਸ਼ੰਕਾ ਜਿਹੜਾ ਹੈਗਾ ਜਾਇਜ਼ ਵੀ ਹੈਗਾ ਕਿਤੇ ਨਾ ਕਿਤੇ। ਸੋ ਇਹ ਚੀਜ਼, ਇਹ ਬੜੀ ਡਿਵੈਲਪਮੈਂਟ ਜਿਹੜੀ ਹੈ ਹੋਈ ਹੈ। ਜੀ ਬਿਲਕੁਲ, ਤਾਂ ਇਸੇ ਖਬਰ ਤੇ ਹੀ ਆਪਾਂ ਬਣੇ ਰਵਾਂਗੇ। ਲਗਾਤਾਰ ਸਾਡੇ ਨਾਲ ਕਾਲਰ ਵੀ ਪਹੁੰਚ ਰਹੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਬੋਲ ਰਿਹਾ ਵਿਨੀਪੈਗ ਕੈਨੇਡਾ ਤੋਂ। ਸ਼ਰਮਾ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਇਹ ਦੇਖੋ ਜੀ ਕਿ ਬੜਾ ਵਧੀਆ ਭਗਵੰਤ ਮਾਨ ਦਾ ਸਰਕਾਰ ਦਾ ਕਦਮ ਹੈਗਾ ਇਹ, ਜਿਹੜਾ ਕਿ ਸਿਰਫ ਇੱਕ ਪੈਨਸ਼ਨ ਹੈ ਜਿਹੜੀ ਉਹ ਵਿਧਾਇਕ ਨੂੰ ਦਿੱਤੀ ਜਾਊਗੀ। ਬੜਾ ਵਧੀਆ ਹੈਗਾ। ਅੱਗੇ ਤੁਸੀਂ ਦੇਖੋ ਕਿ 4-4 5-5 ਪੈਨਸ਼ਨਾਂ ਲੈਂਦੇ ਸੀ ਪਿੱਛੋਂ, ਔਰ ਉਹ ਜਿਹੜੇ 4-4 5-5 ਪੈਨਸ਼ਨਾਂ ਲੈਂਦੇ ਸੀ ਔਰ ਉਹਨਾਂ ਨੇ ਆਪ ਦੇ ਟਾਈਮ ਦੇ ਵਿੱਚ ਜਿੰਨੀਆਂ ਲੁੱਟਾਂ ਕੀਤੀਆਂ ਉਹ ਸਭ ਕੁਝ ਵੱਖਰਾ ਹੈ, ਉਹ ਇਸ ਗਿਣਤੀ 'ਚ ਨਹੀਂ ਆਉਂਦਾ। ਔਰ ਦੂਜੀ ਗੱਲ ਹੈ ਕਿ ਪ੍ਰੋਹਿਤ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ, ਜਿਹੜਾ ਕਿ ਇਹਨੂੰ ਇੰਨਾ ਚਿਰ ਫਾਈਲ ਨੂੰ ਹੋਲਡ ਕਰਕੇ ਵੀ ਜਿਹੜੀ ਹੈਗੀ ਆ ਉਹਨੂੰ ਮਨਜ਼ੂਰੀ ਦਿੱਤੀ ਹੈ। ਇਹਦਾ ਮਤਲਬ ਇਹ ਹੈ ਕਿ ਪ੍ਰੋਹਿਤ ਸਾਹਿਬ ਆ ਜਿਹੜੇ ਗਵਰਨਰ ਹੀ ਉਹਦੇ ਵਾਸਤੇ ਇੱਕ ਨੇਕ ਇਨਸਾਨ ਤੇ ਸੱਚੇ ਇਨਸਾਨ ਹੈ ਕਿ ਉਹਨਾਂ ਨੂੰ ਕਿਸੇ ਪਾਰਟੀ ਦਾ ਜਾਂ ਕਿਸੇ ਗਰੁੱਪ ਦੇ ਨਾਲ ਕੋਈ ਮਤਲਬ ਨਹੀਂ, ਔਰ ਉਹਨਾਂ ਨੇ ਬਿਲਕੁਲ ਇਹ ਇਨਸਾਫ ਕੀਤਾ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਹੋਣ ਵਾਲੇ ਗਾਂ ਦੂਸਰੇ ਮਹਿਕਮੇ ਆ ਕੀ ਦੱਸਣਗੇ ਸਾਨੂੰ ਕਿ ਜਿਹੜੇ ਟੀਚਰ ਜਾਂ ਮਿਲਟਰੀ ਦੀਆਂ ਦੋ ਮਿਲਟਰੀ ਦੀ ਪੈਨਸ਼ਨ ਲੈਂਦੇ ਆ, ਉਦੋਂ ਮੁੜ ਕੇ ਆ ਕੇ ਬਿਜਲੀ ਬੋਰਡ ਚਲੇ ਗਏ ਉਹ ਪੈਨਸ਼ਨ ਲੈਂਦੇ ਆ, ਜਾਂ ਕਿ ਮਤਲਬ ਕਿਸੇ ਤਰੀਕੇ ਦੇ ਨਾਲ ਆਊਟ ਆਫ MLA ਇਹ ਹੋਰਨਾਂ ਮਹਿਕਮੇ ਦੀਆਂ ਦੋ ਪੈਨਸ਼ਨਾਂ ਆਈਆਂ। ਕੀ ਇਹ ਸਿਸਟਮ ਆ ਜਿਹੜਾ ਉਹਦੇ ਤੇ ਇਫੈਕਟ ਕਰੇਗਾ ਕਿ ਨਹੀਂ ਕਰੇਗਾ? ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਪੜਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ।
ਸ਼ਾਸਨਦੀਪ ਸਤਿ ਸ੍ਰੀ ਅਕਾਲ, ਕੰਗ ਸਾਹਿਬ ਸਤਿ ਸ੍ਰੀ ਅਕਾਲ। ਸਤਿ ਜੀ ਸ਼੍ਰੀ ਸਤਿ ਸ਼੍ਰੀ ਅਕਾਲ ਅਕਾਲ। ਤੇ ਗੱਲ ਇਹ ਬਹੁਤ ਵਧੀਆ ਫੈਸਲਾ ਕੀਤਾ ਇਹਨਾਂ ਨੇ। ਦੂਜੀ ਗੱਲ, ਕਿਰਾਇਆ ਵੀ ਬੱਸਾਂ ਲਾਉਣੇ ਚਾਹੀਦਾ। ਕਿਰਾਇਆ ਲਾਉਣ ਤੇ ਮੁਲਾਜ਼ਮਾਂ ਨੂੰ ਤਨਖਾਹ ਵਧੀਆ ਦੇਣ, ਉਹਨਾਂ ਕਰਦਾ ਰੋਟੀ ਚੱਲੇ ਮਾਰ ਕੇ। ਕਿਉਂ ਹੁਣ ਉਹ ਵੀ ਛੂਟ ਉਹਨੇ ਘਰੇ ਹੀ ਜਾਣੀ ਨਾ, ਜਿਹਨਾਂ ਨੇ ਕਿਰਾਇਆ ਮਾਫ ਕੀਤੇ ਨੇ ਉਹਨਾਂ ਦੇ ਘਰੇ ਜਾਣੇ, ਰੋਟੀ ਪੱਕੂ ਜਾ ਕੇ ਉਹਨਾਂ ਮੁਲਾਜ਼ਮਾਂ ਨੂੰ ਤਨਖਾਹ ਚੰਗੀਆਂ ਦੇਣਗੇ ਜੀ। ਇਹ ਵੀ ਫੈਸਲਾ ਲੈ ਲੈਣਾ ਚਾਹੀਦਾ। ਫ੍ਰੀ ਨਹੀਂ ਖਾਓ ਕਰਨਾ ਚਾਹੀਦਾ। ਫ੍ਰੀ ਤਾਂ ਇਹਨਾਂ ਮੁਲਕਾਂ 'ਚ ਨਹੀਂ ਹੈਗਾ, ਇੱਥੇ ਫ੍ਰੀ ਕੀ ਦੀ ਜਾਂਦੇ, ਕਰਜ਼ਾ ਚੱਕ ਦੀ ਜਾਂਦੇ ਨੇ। ਫ੍ਰੀ ਕੋਈ ਚੀਜ਼ ਨਹੀਂ ਮਿਲਣੀ ਚਾਹੀਦੀ ਜੀ। ਓਕੇ ਜੀ, ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਤਾਂ ਇਹਨਾਂ ਨੇ ਕਿਹਾ ਕਿ ਫ੍ਰੀ ਕੁਝ ਨਹੀਂ ਮਿਲਦਾ, ਇੱਧਰਲੇ ਮੁਲਕਾਂ ਦੇ ਵਿੱਚ ਵੀ ਫ੍ਰੀ ਨਹੀਂ ਮਿਲਦਾ। ਤਾਂ ਜੇ ਫ੍ਰੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਸਕੀਮਸ ਨੇ ਜਿਹੜੀਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ, ਉੱਥੇ ਵੀ ਲੋਕਾਂ ਨੂੰ ਭੱਜ ਭਜਾਈ ਰਹਿੰਦੀ ਹੈ ਕਿ ਇਸ ਤਰੀਕੇ ਦੇ ਨਾਲ ਪੰਜਾਬ ਦਾ ਜਾਂ ਭਾਰਤ ਦਾ ਹਾਲ ਕਰ ਦਿੱਤਾ ਇਹਨਾਂ ਸਰਕਾਰਾਂ ਨੇ। ਉਹ ਸਭ ਕੁਝ ਜਗ ਜ਼ਾਹਿਰ ਹੈ। ਪਰ ਜੇ ਬਲਦੀਪ ਜੀ ਉਹੀ ਗੱਲ ਕੀਤੀ ਜਾਵੇ, ਲੋਕਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ। 8 ਘੰਟਿਆਂ ਦੀ ਜੇ ਆਪਾਂ ਕਹਿੰਦੇ ਆ ਕਿ ਬੰਦਾ ਸ਼ਿਫਟ ਲਾਉਂਦਾ, 8 ਘੰਟਿਆਂ ਦੀ ਬੰਦੇ ਨੂੰ ਪ੍ਰੋਪਰ ਤਨਖਾਹ ਮਿਲੇ, ਉਹਨੂੰ ਪ੍ਰੋਪਰ ਪੈਸਾ ਮਿਲੇ, ਤਾਂ ਉਹਨਾਂ ਨੂੰ ਕੀ ਜ਼ਰੂਰਤ ਪੈ ਗਈ ਹੈ ਧਰਨੇ ਲਾਉਣ ਦੀ? ਜੀ ਨਵਦੀਪ, ਜਿਹੜੀ ਇਹ ਤੁਸੀਂ ਗੱਲ ਕੀਤੀ ਹੈ, ਖੈਰ ਪਹਿਲਾਂ ਆਪਾਂ ਇੱਕ ਕਾਲਰ ਦਾ ਜੋ ਕੁਐਸਚਨ ਸੀਗਾ ਕਿ ਉਸ ਦਾ ਜਵਾਬ ਆਪਾਂ ਦਈਏ, ਉਸ ਤੋਂ ਬਾਅਦ ਮੈਂ ਇਸੇ ਗੱਲ ਤੇ ਆਉਂਗਾ ਕਿ ਉਹ ਕਹਿ ਰਹੇ ਸੀ ਕਿ ਮਿਲਟਰੀ ਤੋਂ ਰਿਟਾਇਰ ਹੋ ਕੇ ਅਗਰ ਕਿਸੇ ਹੋਰ ਮਹਿਕਮੇ ਜਾਂਦੇ ਨੇ ਤਾਂ ਉਸ ਦੀ ਵੀ ਜਿਹੜੀ ਪੈਨਸ਼ਨ ਹੈਗੀ ਹੈ ਉਸ ਦੇ ਉੱਪਰ ਇਹ ਕਾਨੂੰਨ ਲਾਗੂ ਹੁੰਦਾ ਜਾਂ ਨਹੀਂ। ਬਿਲਕੁਲ ਨਹੀਂ, ਕਿਉਂਕਿ ਫਿਲਹਾਲ ਦੀ ਘੜੀ ਜਿਹੜਾ ਇਹ ਸਿਰਫ ਔਰ ਸਿਰਫ ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਦੇ ਲਈ ਇਹ ਪਾਸ ਕੀਤਾ ਗਿਆ, ਔਰ ਬਾਕੀ ਮੁਲਾਜ਼ਮਾਂ ਦੇ ਉੱਪਰ ਹਾਲੇ ਇਹ ਲਾਗੂ ਹੁੰਦਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਤਾਂ ਨਹੀਂ, ਹਾਲ ਦੀ ਘੜੀ ਤਾਂ ਨਹੀਂ। ਇਹ ਸਿਰਫ ਵਿਧਾਇਕਾਂ ਦੇ ਲਈ, ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਲਈ ਹੀ ਪਾਸ ਕੀਤਾ ਗਿਆ। ਔਰ ਇਹ ਵੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਇਨੀਸ਼ੀਏਟਿਵ ਲਿਆ, ਕਿਉਂਕਿ ਭਗਵੰਤ ਮਾਨ ਲਗਾਤਾਰ ਇਹ ਕਹਿੰਦੇ ਸੀ ਕਿ ਜਿਹੜਾ ਵਾਧੂ ਖਰਚਾ ਉਸ ਨੂੰ ਘਟਾਇਆ ਜਾਏਗਾ, ਉਸ ਦੇ ਉੱਪਰ ਨੱਥ ਪਾਈ ਜਾਏਗੀ। ਸੋ ਦੇਖਦੇ ਹਾਂ ਕਿ ਕਿੰਨਾ ਕੁ ਫਰਕ ਪੈਂਦਾ ਹੈ। 20 ਕਰੋੜ ਰੁਪਈਆ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 20 ਕਰੋੜ ਰੁਪਈਆ ਇੱਕ ਸਾਲ ਦੇ ਵਿੱਚ ਬਚਤ ਹੋਏਗੀ, ਔਰ 100 ਕਰੋੜ ਰੁਪਈਆ ਜਿਹੜਾ ਉਹ 5 ਸਾਲਾਂ ਦੇ ਵਿੱਚ ਬਚਤ ਹੋਏਗੀ ਇਸ ਜੋ ਸਾਰੀ ਕਾਰਵਾਈ ਦੇ ਵਿੱਚ ਜੀ। ਸੋ ਗੱਲ ਹੁਣ ਤੁਹਾਡੇ ਸਵਾਲ ਦੀ ਗੱਲ ਕਰਦੇ ਹਾਂ ਕਿ ਜਿਹੜਾ ਕਿ ਮੁਲਾਜ਼ਮਾਂ ਨੂੰ ਬਣਦਾ ਉਹਨਾਂ ਦਾ ਹੱਕ ਨਹੀਂ ਮਿਲਦਾ। ਅਗਰ ਉਹ 8-9 ਘੰਟੇ ਆਪਣਾ ਕੰਮ ਕਰਦੇ ਹੈਗੇ ਨੇ ਤਾਂ ਉਹ ਉਹਨਾਂ ਨੂੰ ਨਹੀਂ। ਤੁਸੀਂ ਇਹ ਦੇਖੋ ਕਿ ਰੋਡਵੇਜ਼ ਦੀ ਗੱਲ ਕਰ ਰਹੇ ਸੀ ਆਪਾਂ, ਪਿਛਲੇ ਮੇਰੇ ਖਿਆਲ 10 ਸਾਲ ਤੋਂ, ਜਿਸ ਵੇਲੇ ਅਕਾਲੀ ਸਰਕਾਰ ਸੀ, ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਉਸ ਅਕਾਲੀ ਸਰਕਾਰ ਵੇਲੇ ਵੀ ਉਹ ਧਰਨੇ ਲਾ ਰਹੇ ਸੀ। ਕੈਪਟਨ ਅਮਰਿੰਦਰ ਸਿੰਘ ਬਕਾਇਦਾ ਉਹਨਾਂ ਨੂੰ ਮਿਲਦੇ ਨੇ ਤੇ ਕਹਿੰਦੇ ਨੇ ਕਿ ਸਰਕਾਰ ਆਏਗੀ ਤਾਂ ਪੱਕਾ ਕੀਤਾ ਜਾਏਗਾ। ਜਿਹੜੇ ਡਰਾਈਵਰ ਕੰਡਕਟਰ ਠੇਕੇ ਤੇ ਰੱਖੇ ਹੋਏ ਨੇ ਮੋਟੇ ਤੌਰ ਤੇ, ਉਸ ਵੇਲੇ ਉਹਨਾਂ ਨੂੰ ਜਿਹੜਾ ਉਹ 6000 7000 ਇਸ ਤਰੀਕੇ ਦੀ ਸੈਲਰੀ ਦੇ ਉੱਪਰ 6-7 ਰੁਪਇਆ ਮਹੀਨੇ ਦੀ ਸੈਲਰੀ ਦੇ ਉੱਪਰ ਰੱਖਿਆ ਗਿਆ ਸੀਗਾ। ਇਹ 2015-16 ਦੀ ਆਪਾਂ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਥੋੜਾ ਮੋਟਾ ਹੁਣ ਵਾਧਾ ਹੋਇਆ ਤਾਂ ਕੁੱਲ ਮਿਲਾ ਕੇ ਪਹੁੰਚੇ ਨੇ 10-11 ਹਜ਼ਾਰ ਤੱਕ, 12 ਹਜ਼ਾਰ ਤੱਕ ਪਹੁੰਚੇ ਨੇ। ਔਰ ਤੁਸੀਂ ਦੇਖੋ ਕਿ 10-11 ਹਜ਼ਾਰ ਦੇ ਵਿੱਚ ਇੱਕ ਪੂਰਾ ਮਹੀਨਾ ਕੱਢਣਾ ਕਿੰਨਾ ਮੁਸ਼ਕਿਲ ਹੈਗਾ। ਪਰ ਉਹ ਡਰਾਈਵਰ ਕੰਡਕਟਰ ਪਿਛਲੇ ਤਕਰੀਬਨ 12-15 ਸਾਲਾਂ ਤੋਂ ਮੈਂ ਦੇਖ ਰਿਹਾ ਕਿ ਉਹ ਹਾਲੇ ਵੀ ਕੰਟਰੈਕਟ ਤੇ ਹੀ ਨੇ। ਐ ਕਹਿ ਲਓ ਵੀ ਅਗਰ ਕੋਈ 25 ਸਾਲ ਦਾ 30 ਸਾਲ ਦਾ ਕੋਈ ਨੌਜਵਾਨ ਭਰਤੀ ਹੋਇਆ ਤਾਂ ਸਮਝ ਲਓ ਉਹਦੀ ਜਵਾਨੀ ਤਾਂ ਲੰਘਣ ਕਿਨਾਰੇ ਪਹੁੰਚ ਜਾਂਦੀ ਹੈ, ਤਾਂ ਫਿਰ ਵੀ ਜਾ ਕੇ ਉਹ ਹਾਲੇ ਤੋਂ ਰੈਗੂਲਰ ਨਹੀਂ ਹੋ ਰਿਹਾ ਹੈਗਾ। ਹੁਣ ਲਗਾਤਾਰ ਹੁਣ ਵੀ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਔਰ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਸਾਨੂੰ ਸਮਾਂ ਦਿਓ, ਕਿਉਂਕਿ 3-4 ਮਹੀਨੇ ਹੀ ਹੋਏ ਨੇ, ਸਮਾਂ ਦਿਓ, ਅਸੀਂ ਜ਼ਰੂਰ ਇਸ ਚੀਜ਼ ਨੂੰ ਹੱਲ ਕਰਾਂਗੇ। ਸੋ ਵੇਟ ਹੀ ਕਰ ਸਕਦੇ ਹਾਂ ਨਵਦੀਪ ਕਿ ਇਹ ਸਰਕਾਰ ਜਿਵੇਂ ਬਾਕੀ ਫੈਸਲੇ ਲੈ ਰਹੀ ਹੈ, ਜਿਵੇਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਫੈਸਲਾ ਲਿਆ, ਉਮੀਦ ਕਰਦੇ ਹਾਂ ਕਿ ਉਹਨਾਂ ਦੀ ਵੀ ਸੁਣੀ ਜਾਏਗੀ ਜਿਹੜੇ ਲੰਬੇ ਸਮੇਂ ਤੋਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਔਰ ਪੱਕੇ ਜ਼ਰੂਰ ਹੋਣਗੇ। ਜੀ ਬਿਲਕੁਲ। ਤਾਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਇਸ ਦਾ ਹੱਲ ਹੋ ਗਿਆ। ਹਾਲੇ ਸਿਰਫ ਇਹ ਹੈ ਕਿ ਐਲਾਨ ਕੀਤਾ ਗਿਆ ਹੈ, ਹਾਲੇ ਸਿਰਫ ਇਹ ਹੈ ਕਿ ਪਾਸ ਕੀਤਾ ਗਿਆ, ਕਿਉਂਕਿ ਜੇਕਰ ਆਪਾਂ ਗੱਲ ਕੀਤੀ ਜਾਵੇ ਬਹੁਤ ਸਾਰੇ ਐਲਾਨ ਨੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ, ਪਰ ਉਹ ਕਦੋਂ ਕੁ ਲਾਗੂ ਹੋਣਗੇ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਉਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਬਿਜਲੀ ਨੂੰ ਲੈ ਕੇ, ਕਿਉਂਕਿ ਬਿਜਲੀ ਦੇ ਲਈ ਸਰਕਾਰ ਨੇ ਕਿਹਾ ਸੀ ਕਿ ਜਦੋਂ ਜੁਲਾਈ ਮਹੀਨਾ ਆ ਜਾਵੇਗਾ ਉਸ ਤੋਂ ਬਾਅਦ 600 ਯੂਨਿਟ ਹੈ ਜਿਹੜੇ ਸਭ ਦੇ ਮੁਆਫ ਹੋਣਗੇ। ਉਸ ਤੋਂ ਬਾਅਦ ਜੇਕਰ ਤੁਸੀਂ ਬਿਜਲੀ ਹੋਰ ਜ਼ਿਆਦਾ ਤੁਹਾਡੇ ਬਿੱਲ ਮਤਲਬ ਕਿ ਯੂਨਿਟ ਹੋਰ ਜ਼ਿਆਦਾ ਆਉਂਦੀਆਂ ਨੇ ਤਾਂ ਤੁਸੀਂ ਸਿਰਫ ਉਸ ਦਾ ਜਿਹੜੀ ਹੈਗੀ ਅਦਾਇਗੀ ਕਰੋਗੇ।
ਕਰੋਗੇ। ਬਟ ਹੁਣ ਲੋਕਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਹਾਹਾਕਾਰ ਮਚ ਗਈ ਹੈ, ਹੜਕੰਪ ਮਚ ਗਿਆ, ਕਿਉਂਕਿ ਲਗਾਤਾਰ ਲੋਕਾਂ ਨੂੰ ਉਨੇ ਹੀ ਬਿੱਲ ਆ ਰਹੇ ਨੇ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਆਉਂਦੇ ਰਹੇ ਨੇ। ਤਾਂ ਹੁਣ ਲੋਕ ਫਿਰ ਤੋਂ ਮਾਨ ਸਰਕਾਰ ਦੇ ਖਿਲਾਫ ਹੋ ਗਈ ਹੈ ਕਿ ਇਹ ਤਾਂ ਸਿਰਫ ਲਾਰੇ ਹੀ ਲਾਉਂਦੇ ਨੇ ਜੀ, ਇਹਨਾਂ ਵੱਲੋਂ ਕੋਈ ਵੀ ਕੰਮ ਹੈ ਜਿਹੜਾ ਪ੍ਰੋਪਰ ਨਹੀਂ ਕੀਤਾ ਜਾ ਰਿਹਾ। ਕਿਉਂਕਿ ਬਹੁਤ ਸਾਰੀਆਂ ਬਾਈਟਸ ਆ ਰਹੀਆਂ ਨੇ, ਬਹੁਤ ਸਾਰੀਆਂ ਖਬਰਾਂ ਐਸੀਆਂ ਆ ਰਹੀਆਂ ਨੇ, ਲੋਕ ਬਿੱਲ ਲੈ ਕੇ ਵੱਡੇ ਵੱਡੇ ਖੜੇ ਹੋਏ ਨੇ ਕਿ ਸਾਡੇ ਨਾਲ ਲਾਰੇ ਕਿਉਂ, ਸਾਡੇ ਨਾਲ ਝੂਠੇ ਵਾਅਦੇ ਕਿਉਂ। ਨਵਦੀਪ, ਜਿਹੜਾ ਬਿੱਲ ਦੀ ਗੱਲ ਹੈ, ਬਿਜਲੀ ਬਿੱਲ ਦੀ ਆਪਾਂ ਗੱਲ ਕਰੀਏ ਜਾਂ ਬਿਜਲੀ ਦਰਾਂ ਦੀ ਗੱਲ ਕਰੀਏ ਜਾਂ ਮੁਫਤ ਬਿਜਲੀ ਦੀ ਗੱਲ ਕਰੀਏ, ਕਹਾਣੀ ਸ਼ੁਰੂ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ, ਕੈਪਟਨ ਅਮਰਿੰਦਰ ਸਿੰਘ ਅਹੁਦੇ ਤੋਂ ਲੈਂਦੇ ਨੇ। ਤਰਕੇ ਦਿੱਤੇ ਜਾਂਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਾਂ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੋਏ ਸੀਗੇ PPA, ਜੋ ਕਿ ਬਾਦਲਾਂ ਦੇ ਟਾਈਮ ਹੋਏ ਸੀਗੇ, ਜਦੋਂ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਉਸ ਵੇਲੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਥਰਮਲ ਪਲਾਂਟ ਲੱਗੇ ਸੀ ਤੇ ਪ੍ਰਾਈਵੇਟ ਕੰਪਨੀਆਂ ਨਾਲ, ਨਿੱਜੀ ਕੰਪਨੀਆਂ ਨਾਲ ਪਾਵਰ ਪਰਚੇਜ਼ ਐਗਰੀਮੈਂਟ ਹੋਏ ਸੀ। ਉਹਨਾਂ ਦੇ ਉੱਪਰ ਬੜੀ ਤਕੜੀ ਬਹਿਸ ਚੱਲੀ ਸੀ 2017 ਦੇ ਵਿੱਚ, ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਸੀਗੀਆਂ। ਕਾਂਗਰਸ ਨੇ ਇਹ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ ਕਿ ਸਾਡੀ ਸਰਕਾਰ ਆਏਗੀ ਤਾਂ ਇਹ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਨੇ ਅਸੀਂ ਇਹਨਾਂ ਨੂੰ ਰੱਦ ਕਰਾਂਗੇ ਤੇ ਬਿਜਲੀ ਅਸੀਂ ਸਸਤੀ ਮੁਹੱਈਆ ਕਰਾਵਾਂਗੇ। ਤਰਕੇ ਦਿੰਦੇ ਸੀ ਕਿ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੋਏ ਨੇ ਉਹਨਾਂ ਦੇ ਵਿੱਚ ਕਈ ਕਲੌਜ਼ ਇਹੋ ਜਿਹੇ ਨੇ, ਕਈ ਖਾਮੀਆਂ ਇਹੋ ਜਿਹੀਆਂ ਨੇ ਕਿ ਸਰਕਾਰ ਨੇ ਆਪਣੇ ਹੱਥ ਕੱਟ ਕੇ ਨਿੱਜੀ ਕੰਪਨੀਆਂ ਨੂੰ ਦੇ ਦਿੱਤੇ ਨੇ। ਫਰਜ਼ ਦੇ ਤੌਰ ਤੇ ਇਹ ਹੈ ਕਿ ਅਗਰ ਸੂਬੇ ਨੂੰ ਬਿਜਲੀ ਦੀ ਲੋੜ ਨਹੀਂ ਹੈਗੀ, ਜਿਵੇਂ ਕਿ ਹੁਣ ਆਪਾਂ ਕਹਿੰਦੇ ਹਾਂ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਬਿਜਲੀ ਦੀ ਭਰਪੂਰ ਲੋੜ ਹੁੰਦੀ ਹੈ, ਤਾਂ ਪੰਜਾਬ ਹੈ ਜਿਹੜਾ ਉਹ ਬਾਹਰੋਂ ਵੀ ਕਈ ਵਾਰ ਬਿਜਲੀ ਉਹਨੂੰ ਖਰੀਦਣੀ ਪੈ ਜਾਂਦੀ ਹੈ, ਲੋੜ ਪੂਰੀ ਨਹੀਂ ਹੁੰਦੀ। ਜਦੋਂ ਕਿ ਸਰਦੀਆਂ ਆਉਂਦੀਆਂ ਨੇ ਤਾਂ ਬਿਜਲੀ ਦੀ ਲੋੜ ਖਪਤ ਜ਼ਿਆਦਾ ਨਹੀਂ ਹੁੰਦੀ, AC ਨਹੀਂ ਚੱਲਦੇ ਜਾਂ ਮੋਟਰਾਂ ਨਹੀਂ ਚੱਲਦੀਆਂ ਕਿਉਂਕਿ ਕਣਕ ਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ। ਤੋ ਉਸ ਵੇਲੇ ਸ਼ਰਤ ਇਹ ਰੱਖੀ ਗਈ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਨਿੱਜੀ ਕੰਪਨੀਆਂ ਦੇ ਨਾਲ ਕਿ ਅਗਰ ਬਿਜਲੀ ਦੀ ਤੁਹਾਨੂੰ ਲੋੜ ਵੀ ਨਹੀਂ ਹੋਵੇਗੀ ਤਾਂ ਵੀ ਸਰਕਾਰ ਜਿਹੜੀ ਹੈਗੀ ਆ ਉਸ ਦੀ ਜੋ ਇੱਕ ਬੇਸਿਕ ਜਿਹੜਾ ਪ੍ਰਾਈਸ ਹੈਗਾ ਉਹਦਾ ਪੇ ਕਰਦੀ ਰਹੇਗੀ ਨਿੱਜੀ ਕੰਪਨੀਆਂ ਨੂੰ, ਕਿ ਨਿੱਜੀ ਕੰਪਨੀਆਂ ਚਾਹੇ ਉਸ ਨੂੰ ਬਾਹਰ ਵੇਚਣ ਬਿਜਲੀ ਨੂੰ ਜਾਂ ਜਿੱਥੇ ਵੀ ਮਰਜ਼ੀ ਵੇਚਣ, ਪਰ ਉਹਦਾ ਇੱਕ ਬੇਸਿਕ ਪ੍ਰਾਈਸ ਹੈ ਜਿਹੜਾ ਉਹ ਸਰਕਾਰ ਨੂੰ ਪੇ ਕਰਨਾ ਹੋਏਗਾ। ਤਾਂ ਕਾਂਗਰਸ ਦੀ ਗਵਰਨਮੈਂਟ ਉਸ ਵੇਲੇ ਜਦੋਂ 2017 ਦੇ ਵਿੱਚ ਆਈ, ਇਸੇ ਬੇਸਿਸ ਦੇ ਉੱਪਰ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਾਂਗੇ ਤੇ ਬਿਜਲੀ ਜਿਹੜੀ ਆ ਸਸਤੀ ਮੁਹੱਈਆ ਕਰਾਂਗੇ। ਖੈਰ, ਕੈਪਟਨ ਅਮਰਿੰਦਰ ਸਿੰਘ 4.5 ਸਾਲ ਮੁੱਖ ਮੰਤਰੀ ਰਹੇ ਔਰ ਸਾਰਾ ਸੂਬਾ ਜਿਹੜਾ ਹੈਗਾ ਇਹੀ ਉਮੀਦ ਲਾਈ ਬੈਠਾ ਸੀ ਕਿ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਨੇ ਉਹ ਰੱਦ ਹੋਣਗੇ, ਪਰ ਨਹੀਂ ਹੋਏ। CM ਚੰਨੀ ਆਏ, CM ਚੰਨੀ ਇਸੇ ਤਰਕ ਦੇ ਉੱਪਰ ਆਏ ਕਿ ਜਿਹੜਾ ਉਹਨਾਂ ਨੇ ਰੱਦ ਨਹੀਂ ਕੀਤੇ ਅਸੀਂ ਕਰਾਂਗੇ। ਤੋ ਖੈਰ, ਪਾਵਰ ਪਰਚੇਜ਼ ਐਗਰੀਮੈਂਟ ਤਾਂ ਉਸ ਪੱਧਰ ਦੇ ਉੱਪਰ ਉਹਨਾਂ ਦੇ ਨਾਲ ਕੋਈ ਬਹੁਤਾ ਆਪਾਂ ਕਹਿ ਲਈਏ ਕਿ ਛੇੜਛਾੜ ਨਹੀਂ ਹੋਈ, ਪਰ CM ਚੰਨੀ ਨੇ ਇੱਕ ਕੰਮ ਜ਼ਰੂਰ ਕੀਤਾ ਕਿ ਦਰਾਂ ਘਟਾ ਦਿੱਤੀਆਂ, ਬਿਜਲੀ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ। ਰਾਹਤ ਰਹੀ ਲੋਕਾਂ ਨੂੰ ਕਿ ਬਿਜਲੀ ਦੇ ਬਿੱਲ ਥੋੜ੍ਹੇ ਪਹਿਲਾਂ ਨਾਲੋਂ ਘੱਟ ਆਉਣ ਲੱਗ ਗਏ। ਉਸ ਤੋਂ ਬਾਅਦ ਸਰਕਾਰ ਬਦਲਦੀ ਹੈ, ਭਗਵੰਤ ਮਾਨ ਉਹਨਾਂ ਦੀ ਸਰਕਾਰ ਆ ਜਾਂਦੀ ਹੈ। ਭਗਵੰਤ ਮਾਨ ਉਹਨਾਂ ਦੀ ਸਰਕਾਰ ਨੇ ਐਲਾਨ ਕੀਤਾ ਸੀ ਕਿ 600 ਯੂਨਿਟ ਮੁਫਤ ਬਿਜਲੀ ਦੇਵਾਂਗੇ, ਸਾਰੇ ਵਰਗਾਂ ਨੂੰ ਦੇਵਾਂਗੇ, ਉਹ 'ਚ ਕੋਈ ਵਿਤਕਰਾ ਨਹੀਂ ਹੋਏਗਾ, ਜਿਸ ਵੇਲੇ ਚੋਣਾਂ ਦਾ ਪ੍ਰਚਾਰ ਹੋ ਰਿਹਾ ਸੀਗਾ। ਹੁਣ ਜਦੋਂ ਬਿਜਲੀ ਮੁਫਤ ਦੇਣ ਦੀ ਗੱਲ ਆਈ ਤਾਂ ਉਸ ਵੇਲੇ ਸ਼ਰਤਾਂ ਲਾ ਦਿੱਤੀਆਂ ਗਈਆਂ ਕਿ ਜਨਰਲ ਕੈਟਾਗਰੀ ਨੂੰ ਇਸ ਤਰੀਕੇ ਨਾਲ ਹੈਗਾ, SC ਨੂੰ ਇਸ ਤਰੀਕੇ ਨਾਲ ਹੈਗਾ, BC ਨੂੰ ਇਸ ਤਰੀਕੇ ਨਾਲ ਦੇਵਾਂਗੇ। ਸੋ ਉਹ ਸ਼ਰਤਾਂ ਨੇ ਜਿਹੜੀਆਂ ਹੁਣ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਹਜ਼ਮ ਨਹੀਂ ਆ ਰਹੀਆਂ ਕਿ ਜਿਸ ਵੇਲੇ ਤੁਸੀਂ ਚੋਣਾਂ 'ਚ ਪ੍ਰਚਾਰ ਕਰ ਰਹੇ ਸੀ ਉਸ ਵੇਲੇ ਤਾਂ ਤੁਸੀਂ ਕਹਿ ਰਹੇ ਸੀ ਕਿ ਬਿਨਾਂ ਸ਼ਰਤ ਜਿਹੜੇ ਆ ਸਾਰੇ ਵਰਗਾਂ ਨੂੰ ਇਸ ਜਿਹੜਾ ਸਕੀਮ ਦਾ ਲਾਹਾ ਮਿਲੇਗਾ, ਫਾਇਦਾ ਮਿਲੇਗਾ। ਹੁਣ ਤੁਸੀਂ ਸ਼ਰਤਾਂ ਇੰਪੋਜ਼ ਕਰ ਦਿੱਤੀਆਂ ਕਿ 600 ਯੂਨਿਟ ਜਿਹੜਾ ਹੈਗਾ ਉਹ ਇਸ ਜਨਰਲ ਕੈਟਾਗਰੀ ਨੂੰ ਇਸ ਤਰੀਕੇ ਨਾਲ ਮਿਲੇਗਾ, BC ਨੂੰ ਇਸ ਤਰੀਕੇ ਨਾਲ ਜਾਂ SC ਨੂੰ ਇਸ ਤਰੀਕੇ ਨਾਲ ਮਿਲੇਗਾ। ਨਾਲ ਦੀ ਨਾਲ ਜਨਰਲ ਕੈਟਾਗਰੀ ਲਈ ਇਹ ਵੀ ਸ਼ਰਤ ਹੈ ਕਿ 600 ਯੂਨਿਟ ਤੋਂ ਅਗਰ 1 ਯੂਨਿਟ ਵੀ ਫਾਲਤੂ ਬਿਜਲੀ ਤੁਸੀਂ ਖਪਤ ਹੋ ਜਾਂਦੀ ਹੈ ਤਾਂ ਤੁਹਾਡਾ 600 ਯੂਨਿਟ ਦਾ ਵੀ ਬਿੱਲ ਤੁਹਾਨੂੰ ਪੇ ਕਰਨਾ ਪਏਗਾ। ਸੋ ਲੋਕਾਂ ਦਾ ਹੁਣ ਕਿਤੇ ਨਾ ਕਿਤੇ ਇਸ ਕਰਕੇ ਲੋਕ ਰੌਲਾ ਵੀ ਪਾ ਰਹੇ ਨੇ, ਇਸ ਕਰਕੇ ਵਿਸ਼ਵਾਸ ਵੀ ਕਿਤੇ ਨਾ ਕਿਤੇ ਪਾਰਟੀ ਜਿਹੜੀ ਆ ਉਹ ਖੋ ਰਹੀ ਹੈ। ਸੋ ਇਹ ਇਸ ਪੂਰੇ ਜਿਹੜੀ ਕਹਾਣੀ ਹੈਗੀ ਆ ਪੂਰੇ ਮਸਲੇ ਦੀ। ਤੇ ਕਾਲਰ ਵੀ ਲਗਾਤਾਰ ਸਾਡੇ ਨਾਲ ਬਣ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬੀਬਾ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਮੈਂ ਅਜੀਤ ਸਿੰਘ ਸਰਾਂ ਬੋਲਦਾ ਜੀ। ਜੀ ਸਰਾਂ ਸਾਹਿਬ। ਹਾਂਜੀ, ਬਹੁਤ ਖੁਸ਼ੀ ਦੀ ਗੱਲ ਹੈ ਜੀ ਜਿਹੜਾ ਅੱਜ ਇਹਨਾਂ ਨੇ ਇਹ ਕਰ ਦਿੱਤਾ ਕਿ 1 ਮੈਨ 1 ਪੈਨਸ਼ਨ। ਹਾਂਜੀ, ਚਾਹੇ ਉਹ 10 ਦਫਾ ਬਣਿਆ ਹੋਵੇ ਜਾਂ 5 ਦਫਾ ਬਣਿਆ ਹੋਵੇ, ਉਸ ਨੂੰ ਇੱਕੋ ਪੈਨਸ਼ਨ ਮਿਲੇਗੀ। ਇਹ ਬਹੁਤ ਅੱਛੀ ਗੱਲ ਹੋਈ ਆ।
ਦੇਖੋ ਆਪਣੇ ਫੌਜੀ 20 ਸਾਲ 30 ਸਾਲ ਕੰਮ ਕਰਦੇ ਆ ਤਾਂ ਵੀ ਉਹਨਾਂ ਨੂੰ ਇੰਨੀ ਪੈਨਸ਼ਨ ਨਹੀਂ ਮਿਲਦੀ, 74000 ਪੈਨਸ਼ਨ ਨਹੀਂ ਮਿਲਦੀ ਉਹਨਾਂ ਨੂੰ। ਹਾਂਜੀ, ਔਰ ਰੈਂਕ ਪਾ ਕੇ ਵੀ ਕੈਪਟਨ ਬਣ ਗਿਆ ਤਾਂ ਵੀ ਉਹਨੂੰ ਮਸਾਂ 50000 ਪੈਨਸ਼ਨ ਮਿਲਦੀ ਆ। ਹਾਂਜੀ, ਔਰ ਉਹ ਸਾਰੀ ਉਮਰ ਆਪਦੀ ਕੁਰਬਾਨੀ ਦਿੰਦਾ, ਹਰ ਇੱਕ ਥਾਂ ਤੇ ਖੜਦਾ, ਦੇਸ਼ ਦੀ ਉਹ ਹਰ ਜਗ੍ਹਾ ਤੇ ਰੱਖਿਆ ਕਰਦਾ ਉਹ। ਹਾਂਜੀ, ਜਿੱਥੇ ਭੇਜੋ ਫਰੰਟ ਤੇ ਭੇਜੋ, ਜਿੱਥੇ ਮਰਜ਼ੀ ਭੇਜੋ, ਜਿੱਥੇ ਸਰਦੀ ਹੋਵੇ ਗਰਮੀ ਹੋਵੇ, ਉਹ ਸਾਰੀ ਥਾਂ ਤੇ ਜਾਂਦੇ ਆ ਔਰ ਉਹਨਾਂ ਨੂੰ ਇੱਕ ਹੀ ਪੈਨਸ਼ਨ ਮਿਲਦੀ ਆ। ਇਹ ਬਹੁਤ ਅੱਛੀ ਗੱਲ ਹੋਈ ਆ। ਮੈਂ ਤਾਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਕਿ ਇਹ ਜਿਹੜੇ ਭਗਵੰਤ ਮਾਨ ਜੀ ਕੰਮ ਕਰ ਰਹੇ ਆ, ਸਾਰਾ ਕਰ ਰਹੇ ਆ। ਲੋਕਾਂ ਨੂੰ ਚਾਹੀਦਾ ਐਵੇਂ ਰੋਜ਼ ਨਾ ਧਰਨੇ ਲਾਓ, ਉਹਨਾਂ ਨੂੰ ਟਾਈਮ ਦਿਓ। ਟਾਈਮ ਜਿੰਨਾ ਚਿਰ ਦਿਓਗੇ, ਹੁਣ 4 ਮਹੀਨਿਆਂ 'ਚ ਉਹਨੇ 2 ਕੰਮ ਤਾਂ ਕਰ ਦਿੱਤੇ, ਬਿਜਲੀ ਦਾ ਵੀ ਕੰਮ ਕਰ ਦਿੱਤਾ, ਪੈਨਸ਼ਨ ਦਾ ਵੀ ਕੰਮ ਕਰ ਦਿੱਤਾ। ਹੋਰ ਜਿਹੜੇ ਆਪਣੇ ਟੀਚਰ ਆ, ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਵਾਲੇ ਆ, ਉਹਨਾਂ ਦਾ ਵੀ ਕਹਿ ਦਿੱਤਾ ਵੀ 6000 ਨੂੰ ਅਸੀਂ ਥੋੜੇ ਦਿਨਾਂ 'ਚ ਲੈਟਰ ਇਸ਼ੂ ਕਰ ਦੇਵਾਂਗੇ। ਹਾਂਜੀ, ਹੋਰ ਹੌਲੀ ਹੌਲੀ ਉਹ ਸਭ ਕੁਝ ਅੱਛਾ ਕਰ ਰਿਹਾ, ਪਰ ਉਸ ਨੂੰ ਤੰਗ ਨਾ ਕਰੋ। ਆਰਾਮ ਨਾਲ ਤੁਸੀਂ ਰੋਜ਼ ਹੀ ਹਰ ਇੱਕ ਆਦਮੀ ਧਰਨੇ ਲਾ ਕੇ ਬੈਠ ਜਾਂਦਾ। ਉਹ ਜਦੋਂ ਕੈਪਟਨ ਸੀਗਾ ਉਦੋਂ ਕਿਉਂ ਨਹੀਂ ਤੁਸੀਂ ਧਰਨੇ ਲਾਏ? ਜਦੋਂ ਅਕਾਲੀ ਦਲ ਸੀ ਉਦੋਂ ਕਿਉਂ ਨਹੀਂ ਧਰਨੇ ਲਾਏ? ਉਹਨਾਂ ਨੇ ਇਹਨਾਂ ਨੇ ਸਾਲ ਕੀਤਾ, ਤੁਸੀਂ ਇੰਨਾ ਚਿਰ ਦੇ ਉਹਨਾਂ ਦੇ ਨਾਲ ਕੰਮ ਕਰਦੇ ਆ, ਤੁਸੀਂ ਕਿਉਂ ਨਹੀਂ ਬੋਲੇ ਉਦੋਂ? ਹੁਣ ਤੁਸੀਂ ਰੋਜ਼ ਹੀ ਧਰਨੇ ਲਾ ਲੈਂਦੇ ਆ, ਸਾਨੂੰ ਵੀ ਪੱਕੇ ਕਰੋ, ਸਾਨੂੰ ਵੀ ਪੱਕੇ ਕਰੋ। ਉਹ ਹੌਲੀ ਹੌਲੀ ਸਾਰਾ ਕੰਮ ਹੋ ਜਾਏਗਾ। ਸਹਿਜ ਪੱਕੇ ਸੋ ਮਿੱਠਾ ਹੋਏ। ਤੁਸੀਂ ਉਸ ਗੱਲ ਤੇ ਚੱਲੋ, ਤੁਹਾਨੂੰ ਵੀ ਉਹ ਕੱਚਾ ਨਹੀਂ ਰਹਿਣ ਦੇਣਗੇ, ਪੱਕਾ ਹੀ ਕਰ ਦੇਣਗੇ, ਪਰ ਉਸ ਨੂੰ ਟਾਈਮ ਦਿਓ ਜ਼ਰੂਰ। ਟਾਈਮ ਔਰ ਉਹ ਬਹੁਤ ਅੱਛੀ ਤਰ੍ਹਾਂ ਨਾਲ ਕੰਮ ਕਰ ਰਿਹਾ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸਾਰਾ ਸਾਹਿਬ, ਤੁਸੀਂ ਸਾਡੇ ਨਾਲ ਜੁੜੇ। ਤੇ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ। ਦਰਸ਼ਕਾਂ ਨੇ ਜਾਣਾ ਕਿਤੇ ਨਹੀਂ, ਜੇ ਮਿਲਦੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫੇਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਬ੍ਰੇਕ ਦੇ ਦੌਰਾਨ ਤੇ ਇਸ ਤੋਂ ਪਹਿਲਾਂ ਕਿ ਕਾਲਰ ਸਾਡੇ ਨਾਲ ਜੁੜੇ ਹੋਏ ਸਨ, ਪਹਿਲਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਫਿਰ ਅਸੀਂ ਆਪਣੀ ਗੱਲ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ ਔਨਰ ਹੈ ਤੁਸੀਂ, ਸਵਾਗਤ ਹੈ ਤੁਹਾਡਾ। ਕਾਲਰ ਜਿਹੜੀ ਡ੍ਰੌਪ ਹੋ ਗਈ ਹੈ, ਅਗਲੇ ਕਾਲਰ ਦੇ ਨਾਲ ਬਣਾਂਗੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਇਸ ਤਰ੍ਹਾਂ ਹੈਗੀ ਆ, ਇਹ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਤੜਫਦੇ ਪਏ ਸੀ ਵੀ ਆਮ ਆਦਮੀ ਪਾਰਟੀ ਨਾ ਆ ਜੇ। ਆਮ ਆਦਮੀ ਪਾਰਟੀ ਤੋਂ ਚੱਲਦੀ ਸੀ ਇਸ ਕਰਕੇ ਵੀ ਸਾਡੇ ਪਰਦੇ ਦੋਨਾਂ ਧਿਰਾਂ ਦੇ ਪਰਦੇ ਸਾਡੇ ਖੋਲਣਗੇ। ਅਕਾਲੀ ਤੇ ਕਾਂਗਰਸੀ ਇੱਕ ਹੋ ਚੁੱਕੇ ਸੀਗੇ ਜੀ, ਇਹਨਾਂ ਦੇ ਆਪੋ ਵਿੱਚ ਮੇਲ ਸੀਗਾ। ਇਹ ਚਾਹੁੰਦੇ ਸੀ ਵੀ ਆਮ ਪਾਰਟੀ ਮੂਹਰੇ ਨਾ ਆਵੇ ਜੀ। ਦੂਸਰੀ ਗੱਲ ਹੈ ਕਿ ਉਹ ਅੱਗੇ ਲੋਕਾਂ ਨੇ ਪਹਿਲਾਂ ਕਿਉਂ ਨਹੀਂ ਰੌਲਾ ਪਾਇਆ, ਹੁਣ ਕਿਉਂ ਰੌਲਾ ਪਾਉਂਦੇ ਨੇ? ਇਹ ਜਿੰਨੇ ਵੀ ਰੌਲਾ ਪਾਉਣ ਵਾਲੇ ਨੇ ਕਾਂਗਰਸੀ ਪਾਉਂਦੇ ਨੇ ਜਾਂ ਅਕਾਲੀ ਪਾਉਂਦੇ ਨੇ, ਹੋਰ ਕੋਈ ਰੌਲਾ ਨਹੀਂ ਪਾਉਂਦਾ। ਇਹੀ ਚੱਕ ਚਕਈਆ ਕਰਦੇ ਨੇ। ਮਾੜੀ ਜੀ ਗੱਲ ਕੇਜਰੀਵਾਲ ਤੇ ਜਾ ਵੜਦੇ, ਕੀ ਹੋਇਆ ਸੁਪਰੀਮੋ ਪਾਰਟੀ ਦਾ? ਜੇ ਸਲਾਹ ਮਸ਼ਵਰਾ ਚੰਗਾ ਮਿਲਦਾ, ਮਾੜੀ ਕੀ ਗੱਲ ਹੈ? ਜੇ ਤੁਹਾਡੇ ਹਿੱਤ 'ਚ ਨਾ ਹੋਵੇ ਤਾਂ ਫਿਰ ਤੁਸੀਂ ਕਹੋ। ਜੋ ਹਿੱਤ ਵਿੱਚ ਤੁਹਾਡੇ ਸਾਰੇ ਭੁਗਤਦਾ ਹੋ, ਤੁਹਾਡੀ ਮਦਦ ਕਰਦਾ, ਤੇ ਰਾਇ ਲੈਣ 'ਚ ਕੀ ਮੁਸ਼ਕਲ ਹੈ ਜੀ? ਬਿਲਕੁਲ। ਇਸ ਕਰਕੇ ਅਕਾਲੀ ਤੇ ਕਾਂਗਰਸੀ ਸਾਰੇ ਰਲ ਕੇ ਇਹ ਰੌਲਾ ਪਾਉਂਦੇ ਨੇ। ਸਟ੍ਰਾਈਕ ਤੇ ਸਟ੍ਰਾਈਕ ਨਿੱਕੀ ਜਿਹੀ ਗੱਲ ਨੂੰ ਬੜੀ ਬਣਾ ਲੈਂਦੇ ਆ। ਉਹ ਬੜਿੰਗੀ ਦੀ ਮਾਨ, ਉਹ ਗੱਲ ਕੁਝ ਵੀ ਨਹੀਂ ਹੈਗੀ, ਉਹ ਆਪਣੀ ਦੱਬੀ ਫਿਰਦਾ। ਇਸ ਕਰਕੇ ਮਤਲਬ ਇਹ ਦੇਖੋ, ਤੁਹਾਨੂੰ ਥੋੜਾ ਜਿਹਾ ਪ੍ਰਸ਼ਾਸਨ ਮਿਲੂਗਾ ਜਿਹੜਾ ਟਾਈਮ ਕਿਸੇ ਗੱਲਾਂ ਦਾ ਪ੍ਰੋਸੀਜਰ ਵੀ ਹੁੰਦਾ। ਹੁਣ ਜਿਹੜੇ ਬੰਦੇ ਨੇ ਕੰਮ ਨਹੀਂ ਕੀਤਾ ਉਹਨੂੰ ਪ੍ਰੋਸੀਜਰ ਦਾ ਕੀ ਪਤਾ ਕੀ ਹੁੰਦਾ? ਪ੍ਰੋਸੀਜਰ ਵੀ ਹੈ, ਹਰ ਚੀਜ਼ ਦਾ ਪ੍ਰੋਸੀਜਰ ਹੈ, ਉਸ ਪ੍ਰੋਸੀਜਰ ਨਾਲ ਚੱਲ ਹੁੰਦਾ ਹੈ ਜੀ। ਬਗੈਰ ਪ੍ਰੋਸੀਜਰ ਗੱਲ ਫੇਰ ਹੋ ਜਾਂਦੀ ਹੈ। ਸੋ ਇਹ ਨਹੀਂ ਕਰਨਾ ਕਹਿਣ ਨੂੰ ਵੀ ਕਾਂਗਰਸ ਦੇ ਕੱਲ ਹੀ ਰੌਲਾ ਪਾਉਂਦੇ ਨੇ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਲਦੀਪ ਜੀ, ਕੀ ਕਹਿਣਾ ਚਾਹੋਗੇ? ਨਵਦੀਪ, ਠੀਕ ਆ, ਚਲੋ ਸਾਡੇ ਕਾਲਰ ਨੇ ਗੱਲ ਰੱਖੀ ਹੈਗੀ ਆ ਕਿ ਕਾਂਗਰਸ ਦੇ ਅਕਾਲੀ ਹੀ ਰੌਲਾ ਪਾਉਂਦੇ ਨੇ, ਤਾਂ ਇਹਦਾ ਦੂਜਾ ਫਿਰ ਅਰਥ ਇਹ ਵੀ ਨਿਕਲਦਾ ਕਿ ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਬਹੁਤ ਵਧੀਆ, ਬਸ ਕਾਂਗਰਸ ਤੇ ਅਕਾਲੀਆਂ ਨੂੰ ਹੀ ਦੁੱਖ ਤਕਲੀਫ ਹੈਗੀ ਹੈ, ਇਸ ਕਰਕੇ ਉਹ ਧਰਨੇ ਲਾ ਲੈਂਦੇ ਨੇ। ਤਾਂ ਅਜਿਹੀ ਸਥਿਤੀ ਤਾਂ ਮੈਨੂੰ ਤਾਂ ਨਹੀਂ ਲੱਗਦੀ ਹੈਗੀ ਪੰਜਾਬ ਦੀ ਅਜਿਹੀ ਸਥਿਤੀ ਹੈ। ਵੱਡੇ ਪੱਧਰ ਦੇ ਉੱਪਰ ਪੰਜਾਬ ਤੋਂ ਜਿਹੜੇ ਨੌਜਵਾਨ ਨੇ ਉਹ ਪ੍ਰਵਾਸ ਕਰ ਰਹੇ ਨੇ, ਇਸੇ ਕਰਕੇ ਕਰ ਰਹੇ ਨੇ ਕਿ ਰੋਜ਼ਗਾਰ ਨਹੀਂ ਮਿਲ ਰਿਹਾ, ਇਸੇ ਕਰਕੇ ਕਰ ਰਹੇ ਨੇ ਕਿ ਇੱਥੇ ਜ਼ਿੰਦਗੀ ਜਿਹੜੀ ਆ ਉਹ ਬਿਹਤਰ ਨਹੀਂ ਹੈਗੀ। ਇਹ ਤੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿਸਾਨ ਜਿਹੜੇ ਨੇ ਆਤਮ ਹੱਤਿਆ ਕਰ ਰਹੇ ਨੇ, ਕਰਜ਼ਾ ਚੜ੍ਹ ਰਿਹਾ, ਇਹ ਤੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੀ ਜਨਤਾ ਵੀ ਕੋਈ ਬਹੁਤੀ ਸੌਖੀ ਨਹੀਂ ਹੈਗੀ। ਜੇ ਆਪਾਂ ਇਹ ਕਹਿ ਦਈਏ
ਕਿ ਸਿਰਫ ਕਾਂਗਰਸ ਤੇ ਅਕਾਲੀ ਹੀ ਕਰ ਰਹੇ ਨੇ, ਹੋਰ ਨਹੀਂ ਕਰ ਰਿਹਾ। ਤਾਂ ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਧਰਨੇ ਉਸ ਵੇਲੇ ਵੀ ਲੱਗਦੇ ਸੀ, ਪਟਿਆਲੇ ਲੱਗਦੇ ਸੀ ਧਰਨੇ। ਜਿਸ ਵੇਲੇ ਮੈਨੂੰ ਯਾਦ ਹੈ ਪ੍ਰਗਟ ਸਿੰਘ ਦੇ ਕੋਲ ਆਇਆ ਵਿਜੇਂਦਰ ਸਿੰਗਲਾ, ਪਹਿਲਾਂ ਸਿੱਖਿਆ ਮੰਤਰੀ ਹੁੰਦੇ ਸੀ ਪੰਜਾਬ ਦੇ ਕਾਂਗਰਸ ਗਵਰਨਮੈਂਟ ਦੇ ਟਾਈਮ, ਔਰ ਫਿਰ ਬਾਅਦ 'ਚ ਪ੍ਰਗਟ ਸਿੰਘ ਜਿਹੜੇ ਨੇ ਉਹ ਸਿੱਖਿਆ ਮੰਤਰੀ ਬਣਦੇ ਨੇ। ਤਾਂ ਧਰਨੇ ਪਹਿਲਾਂ ਉਹਨਾਂ ਦੇ ਸੰਗਰੂਰ ਇਲਾਕੇ ਦੇ ਵਿੱਚ ਲੱਗਦੇ ਹੁੰਦੇ ਸੀ, ਵਿਜੇਂਦਰ ਸਿੰਗਲਾ ਦੇ, ਔਰ ਫਿਰ ਜਾ ਕੇ ਜਿਹੜੇ ਨੇ ਉਹ ਜਲੰਧਰ ਵੀ ਲੱਗਣ ਲੱਗ ਗਏ। ਸੋ ਜਿੱਥੇ ਤੱਕ ਧਰਨੇ ਪ੍ਰਦਰਸ਼ਨ ਦੀ ਗੱਲ ਹੈ, ਮੇਰੇ ਖਿਆਲ ਹੈ, ਕਿਉਂਕਿ ਅਸੀਂ ਵੀ ਪੱਤਰਕਾਰੀ ਦੇ ਵਿੱਚ ਕਵਰ ਕਰਦੇ ਰਹਿੰਦੇ ਹਾਂ, ਧਰਨੇ ਪ੍ਰਦਰਸ਼ਨ ਦਾ ਪਿਛਲੇ ਜ਼ਿਆਦਾ ਨਹੀਂ ਤਾਂ ਘੱਟ ਤੋਂ ਘੱਟ 10-12 ਸਾਲਾਂ ਤੋਂ ਤਾਂ ਲਗਾਤਾਰ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਵੱਖ-ਵੱਖ ਮਹਿਕਮਿਆਂ ਦੇ, ਕੱਚੇ ਮੁਲਾਜ਼ਮਾਂ ਦੇ, ਕਿਸੇ ਦੀ ਕੋਈ ਮੰਗ ਹੈਗੀ ਹੈ, ਕਿਸੇ ਦੀ ਕੋਈ ਮੰਗ ਹੈਗੀ ਹੈ। ਇਹ ਨਹੀਂ ਹੈ ਕਿ ਧਰਨੇ ਪ੍ਰਦਰਸ਼ਨ ਜਿਹੜੇ ਹੁਣੀ ਸ਼ੁਰੂ ਹੋਏ ਨੇ। ਦੂਜੀ ਗੱਲ ਇਹ ਹੈ ਕਿ ਅਗਰ ਕਾਂਗਰਸ ਅਕਾਲੀ ਹੀ ਕਰਦੇ ਨੇ ਤਾਂ ਫਿਰ ਇਹਦਾ ਮਤਲਬ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਕਿ ਬਾਕੀ ਸੂਬਾ ਤਾਂ ਬੜਾ ਖੁਸ਼ਹਾਲ ਹੋਏਗਾ ਫਿਰ, ਪਰ ਉਹ ਸਥਿਤੀ ਵੀ ਨਜ਼ਰ ਨਹੀਂ ਆਉਂਦੀ। ਅਗਰ ਉਹ ਚੀਜ਼ ਹੁੰਦੀ ਤਾਂ ਇੰਨੇ ਵੱਡੇ ਪੱਧਰ ਦੇ ਉੱਪਰ ਬੱਚਾ ਜਿਹੜਾ ਸਾਡਾ ਬਾਹਰ ਜਾ ਰਿਹਾ 10ਵੀਂ ਕਰਕੇ 12ਵੀਂ ਕਰਕੇ, ਉਹ ਸ਼ਾਇਦ ਨਾ ਜਾਂਦਾ, ਉਹਨੂੰ ਇੱਥੇ ਹੀ ਰੋਜ਼ਗਾਰ ਮਿਲ ਜਾਂਦਾ। ਸੋ ਇਹ ਚੀਜ਼ਾਂ ਜ਼ਰੂਰ ਸੋਚਣ ਵਾਲੀਆਂ ਨੇ। ਠੀਕ ਹੈ, ਗਵਰਨਮੈਂਟ ਨੂੰ ਉਹਨੂੰ ਥੋੜ੍ਹਾ ਟਾਈਮ ਹੋਇਆ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਤੇ ਹਲੇ ਕ੍ਰਿਟਿਸਿਜ਼ਮ ਜ਼ਿਆਦਾ ਨਹੀਂ ਬਣਦਾ, ਜਾਂ ਆਪਾਂ ਇੱਕਦਮ ਜਿਹੜਾ ਉਹ ਨਹੀਂ ਕੁਝ ਕਹਿ ਸਕਦੇ। ਟਾਈਮ ਜ਼ਰੂਰ ਦੇਣਾ ਚਾਹੀਦਾ, ਇਸ ਗੱਲ ਦਾ ਮੈਂ ਹਾਮੀ ਜ਼ਰੂਰ ਹੈਗਾ, ਟਾਈਮ ਜ਼ਰੂਰ ਦੇਣਾ ਚਾਹੀਦਾ। ਪਰ ਇਹ ਚੀਜ਼ ਕਹਿ ਦੇਣੀ ਕਿ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਉਹ ਕਾਂਗਰਸੀ ਨੇ ਜਾਂ ਉਹ ਅਕਾਲੀ ਨੇ, ਮੇਰੇ ਖਿਆਲ ਇਹ ਠੀਕ ਨਹੀਂ ਹੋਇਆ ਜੀ। ਬਿਲਕੁਲ। ਤੇ ਅਗਲੇ ਕਾਲਰ ਸਾਡੇ ਨਾਲ ਬਣ ਗਏ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਵੇਂ ਸਾਡੇ ਗੈਸਟ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਿਰਫ ਜਿਹੜੀ ਪੈਨਸ਼ਨ ਬਾਰੇ ਕਹਿਣਾ ਸੀਗਾ ਜੀ ਕਿ ਇਹ ਤਾਂ ਇਹਨਾਂ ਨੇ ਬਹੁਤ ਚੰਗਾ ਕੀਤਾ ਕਿ ਇੱਕ ਪੈਨਸ਼ਨ ਲੀਡਰਾਂ ਵਾਸਤੇ ਰੱਖ ਦਿੱਤੀ ਜੀ। ਹੈਲੋ, ਜੀ 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 ਸੁਣ ਰਿਹਾ ਜੀ। ਹਾਂਜੀ, ਤੇ ਦੂਜਾ ਜਿੱਦਾਂ ਨਾ ਆਰਮੀ ਵਾਲੇ ਆ, ਆਰਮੀ ਵਾਲਿਆਂ ਦਾ ਬਹੁਤਾ ਨਹੀਂ ਖਿਆਲ ਰੱਖਦੇ, ਕਿਉਂਕਿ ਮੈਨੂੰ ਹਜੇ ਵੀ ਯਾਦ ਆ ਜਾਂਦਾ ਆਪਣੇ ਨਾਲ ਹੰਢਾਇਆ ਵਕਤ ਕਿ ਮੇਰੇ ਡੈਡ ਜਦੋਂ ਆਰਮੀ ਚ ਗਏ ਸੀਗੇ। ਹੈਲੋ ਜੀ ਜੀ ਜੀ। ਹਾਂਜੀ, ਉਹਨਾਂ ਘਰ ਦੇ ਵਿੱਚ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ, ਉਹਨਾਂ ਨੂੰ ਐਮਰਜੈਂਸੀ ਬੁਲਾਇਆ ਸੀ ਜੀ, ਤੇ ਉਹਨਾਂ ਨੂੰ ਇੱਕਦਮ ਜਾਣਾ ਪਿਆ ਸੀਗਾ ਕਿਉਂਕਿ ਉਦੋਂ ਉਹਨਾਂ ਦੀ ਇਹ ਜੰਗ ਸੀਗੇ ਉਹ। ਬਿਲਕੁਲ। ਤਾਂ ਉਹਨਾਂ ਮਤਲਬ ਆਰਮੀ ਵਾਲੇ ਹਮੇਸ਼ਾ ਆਪਣੇ ਫਰਜ਼ ਨੂੰ ਅੱਗੇ ਰੱਖਦੇ ਆ ਜੀ। ਤੇ ਪਰ ਜਦ ਬਾਅਦ ਵਿੱਚ ਮੇਰੇ ਫਾਦਰ ਓਲਡ ਹੋ ਗਏ ਤੇ ਉਹ ਮੇਰੇ ਉਸੇ ਬ੍ਰਦਰ ਨੂੰ ਟੋਲਣ ਚੱਲ ਜਾਂਦੇ ਸੀ ਬਾਹਰ, ਉਹਨਾਂ ਨੂੰ ਵਾਪਸ ਫੜ ਕੇ ਲਿਆਉਣਾ ਪੈਂਦਾ ਸੀਗਾ। ਸੋ ਸਾਡੇ ਦੇਸ਼ ਦੇ ਵਿੱਚ ਮੈਂ ਮੋਦੀ ਜੀ ਨੂੰ ਵੀ ਕਹਿੰਦੀ ਆ, ਹੋਰ ਗੌਰਮੈਂਟਾਂ ਨੂੰ ਵੀ ਕਹਿੰਦੀ ਆ ਵੀ ਜਿਹੜੇ ਸਾਡੇ ਵੀਰ ਪੁੱਤ ਉੱਥੇ ਰਖਵਾਲੀ ਕਰਦੇ ਬਾਰਡਰ ਦੇ ਉੱਤੇ, ਉਹਨਾਂ ਦੀ ਜ਼ਰੂਰ ਲੁੱਕ ਆਫਟਰ ਕਰਨੀ ਚਾਹੀਦੀ ਆ। ਉਹਨਾਂ ਦਾ ਭੇਦਭਾਵ ਨਹੀਂ ਕਰਨਾ ਚਾਹੀਦਾ ਕਿ ਹਿੰਦੂ ਆ, ਇਹ ਮੁਸਲਮਾਨ ਆ, ਸਿੱਖ ਆ, ਕਿ ਉਹ ਤਾਂ ਸਾਡੇ ਰਾਖੇ ਆ ਜਦੋਂ ਅਸੀਂ ਰਾਤ ਨੂੰ ਸੁੱਤੇ ਪਏ ਹੁੰਨੇ ਆ। ਪਰ ਆ ਜਦੋਂ ਗੱਲ ਯਾਦ ਆਉਂਦੀ ਆ ਕਿ ਦੇਖੋ ਇੱਕ ਆਰਮੀ ਮੈਨ ਕਿੰਨਾ ਸਟਰੋਂਗ ਸੀਗਾ, ਤੇ ਜਦੋਂ ਉਹ ਓਲਡ ਹੋ ਗਿਆ ਤੇ ਉਸ ਵੇਲੇ ਤਾਂ ਉਹਨੇ ਪੁੱਤ ਦੇ ਦੁੱਖ ਨੂੰ ਇੰਨਾ ਮਹਿਸੂਸ ਹੀ ਨਹੀਂ ਕੀਤਾ, ਪਰ ਜਦੋਂ ਓਲਡ ਹੋ ਗਿਆ ਉਹਨੂੰ ਯਾਦ ਆਉਣ ਲੱਗ ਪਈ ਆਪਣੇ ਮੁੰਡੇ ਦੀ, ਤਾਂ ਉਹ ਟੋਲਣ ਤੁਰ ਪੈਂਦੇ ਸੀਗੇ, ਹਨਾ। ਮੇਰਾ ਤਾਂ ਸਿਰਫ ਇੰਨਾ ਕਹਿਣਾ, ਬਾਕੀ ਭਗਵੰਤ ਮਾਨ ਦੀ ਸਰਕਾਰ ਜੋ ਕਰਦੀ ਹੈ ਗੁੱਡ ਕਰਦੀ ਆ, ਬਾਕੀ ਵਿਰੋਧੀ ਤਾਂ ਵਿਰੋਧੀ ਹੁੰਦੇ ਆ, ਹਨਾ। ਇਹ ਤਾਂ ਚੱਲਦਾ ਹੀ ਰਹਿਣਾ। ਹਜੇ 1 ਸਾਲ ਬਾਅਦ ਆਪਾਂ ਨੂੰ ਪਤਾ ਲੱਗ ਜਾਊਗਾ ਕਿ ਕਿੱਥੇ ਕੁ ਪਹੁੰਚਿਆ ਭਗਵੰਤ ਮਾਨ ਜੀ। ਤੇ ਬਾਕੀ ਮੈਨੂੰ ਦੇਖਣ ਵਿੱਚ ਤਾਂ ਏਦਾਂ ਲੱਗਦਾ ਕਿ ਕੋਈ ਉਹ ਮਤਲਬ ਜਾਂ ਖਜ਼ਾਨੇ ਚ ਪੈਸੇ ਹੀ ਨਹੀਂ, ਪੈਸੇ ਹੋਣਗੇ ਤਾਂ ਉਹ ਕਰੂਗਾ, ਜਿੰਨੇ ਕੁ ਆਉਂਦੇ ਆ ਉਹ ਕਰੀ ਵੀ ਜਾਂਦਾ ਆ। ਤੇ ਬਾਕੀ ਜਿਹੜੀ ਬਿਜਲੀ ਦੀ ਗੱਲ ਤੇ ਲੋਕ ਕਈ ਵਾਰੀ ਮੈਂ ਇਹ ਸੋਚਦੀ ਆ
ਕਿ ਜਿਹੜੇ ਮਤਲਬ ਆਪਾਂ ਨੂੰ ਆਪਣੇ ਹੱਥੀਂ ਵੀ ਕੁਝ ਕਰਨਾ ਚਾਹੀਦਾ। ਜੀ ਇੰਨੇ ਕੁ ਪੈਸੇ ਸਾਡੇ ਕੋਲ ਹੁੰਦੇ ਆ। ਇਹਨਾਂ ਮੁਲਕਾਂ ਦੇ ਵਿੱਚ ਦੇਖ ਲਓ ਕਿ ਲੋਕ ਹੁਣ ਆਪਣੇ ਬਿਜਲੀ ਦਾ ਪ੍ਰਬੰਧ ਕਰਨ ਲੱਗ ਪਏ। ਘਰਾਂ ਦੇ ਵਿੱਚ ਉਹਨਾਂ ਨੂੰ ਪਤਾ ਆ ਭਈ ਇਹ ਟਾਈਮ ਵੀ ਆ ਜਾਣਾ ਆ, ਤੇ ਹੁਣ ਉੱਥੇ ਤਾਂ ਸੂਰਜ ਵੀ ਨਿਕਲਦਾ ਆ, ਕਿਉਂ ਨਹੀਂ ਉਹ ਆਪਣੀਆਂ ਮਤਲਬ ਇੰਨਾ ਕੁ ਪੈਸਾ ਖਰਚ ਕਰ ਸਕਦੇ। ਬਿਲਕੁਲ ਥੋੜਾ ਸਰਕਾਰ ਤੇ ਵੀ ਭਾਰ ਹੌਲਾ ਹੋ ਜਾਊਗਾ ਤੇ ਉਹਨਾਂ ਦੇ ਬਿੱਲ ਵੀ ਖਤਮ ਹੋਣਗੇ। ਹੁਣ ਇੰਗਲੈਂਡ ਵਿੱਚ ਆ ਕੇ ਲੋਕਾਂ ਨੇ ਆਪਣੀਆਂ ਛੱਤਾਂ ਤੇ ਲਵਾਏ ਹੋਏ ਆ ਤੇ ਵਾਧੂ ਬਿਜਲੀ ਉਹ ਲੈ ਜਾਂਦੇ ਆ, ਜਿੰਨੀ ਕੁ ਯੂਜ਼ ਹੁੰਦੀ ਹੈ ਦੋਹਾਂ ਪਾਸਿਆਂ ਨੂੰ ਫਾਇਦਾ। ਉਹ ਜਿਹੜੀ ਵਾਧੂ ਬਿਜਲੀ ਸਿਟੀ ਜਾਂਦੀ ਆ ਉਹਦੇ ਪੈਸੇ ਉਹਨਾਂ ਨੂੰ ਮਿਲਦੇ ਆ। ਸੋ ਆਪਣੇ ਆਪ ਦੀ ਮੈਂ ਨਹੀਂ ਕਹਿੰਦੀ ਵੀ ਕੋਈ ਸਰਕਾਰਾਂ ਮਾੜੀਆਂ ਜਾਂ ਕੋਈ ਬੰਦਾ ਮਾੜਾ ਆ ਜਾਂ ਕੋਈ ਪੰਜਾਬ 'ਚ ਹੈਗੇ ਆ ਲੋਕ ਜਿਨ੍ਹਾਂ ਦੇ ਕੋਲ ਪੈਸੇ ਹੈਗੇ ਆ। ਜੀ ਉਹ ਇੰਨਾ ਕੁ ਤਾਂ ਪੈਸਾ ਖਰਚ ਕੇ ਇੰਨਾ ਕੁ ਭਾਰਤ ਹੌਲਾ ਕਰ ਸਕਦੇ ਆ ਨਾ ਆਪਣਾ। ਜੀ ਹਾਂਜੀ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦੇ ਨਾਲ ਵੀ ਬਣਾ ਕੀ ਜੀ। ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਮੇਰਾ ਨਾਮ ਕਿਸ਼ਨ ਗੁਪਤਾ ਜੀ ਗੁਪਤਾ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕਹਿਣਾ ਹੈ ਕਿ ਆਪ ਸਰਕਾਰ ਨੂੰ 2-3 ਸਾਲ ਦਿਓ ਤੇ ਸਾਰਾ ਕੁਝ ਠੀਕ ਹੋ ਜਾਏਗਾ। ਬਿਲਕੁਲ ਜੀ ਦੂਜੀ ਗੱਲ ਹੈ प्रधानमंत्री बोलता है फ्री डिलीवरी है, हर सिस्टम फ्री डिलीवरी है, पानी का गरीबों को देना पानी फ्री डिलीवरी है, तो 10,000 लाख करोड़ अडानी के अंबानी के माफ के वो डिलीवरी कितनी है। गरीबों को रास्ता मुफ्त मिलना चाहिए तो एजुकेशन मिलना चाहिए, जिस नॉट फ्री डिलीवरी। प्रधानमंत्री ने चाहता है कि ऐसे ना दे कि सारा कुछ अडानी अंबानी को दे दो। गरीबों ख्याल रखो, गरीबन दो पानी चाहिए, एजुकेशन चाहिए, स्वास्थ्य चाहिए, तो नौकरी चाहिए। जी ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਆਪਣਾ ਪੱਖ ਰੱਖਿਆ। ਬਲਦੀਪ ਜੀ ਕੀ ਕਹਿਣਾ ਚਾਹੋਗੇ? ਬਿਲਕੁਲ, ਇਸ ਤੋਂ ਪਹਿਲਾਂ ਜਿਹੜੇ ਕਾਲਰ ਸੀਗੇ ਮੇਰੇ ਖਿਆਲ ਇੰਗਲੈਂਡ ਤੋਂ ਸੀਗੇ, ਉਹਨਾਂ ਨੇ ਬਿਜਲੀ ਦੀ ਗੱਲ ਕੀਤੀ ਔਰ ਫੌਜੀਆਂ ਦੀ ਖਾਸ ਤੌਰ ਤੇ ਗੱਲ ਕੀਤੀ ਹੈ ਕਿ ਫੌਜੀਆਂ ਨੂੰ ਜੀ ਫੌਜੀਆਂ ਦਾ ਜਿਹੜਾ ਉਹ ਦੇਖ ਰੇਖ ਜਿਹੜੀ ਆ ਉਹ ਜ਼ਰੂਰ ਕਰਨੀ ਚਾਹੀਦੀ ਹੈ। ਨਵਦੀਪ, ਪਿਛਲੇ ਦਿਨੀ ਗੱਲਾਂ ਵੀ ਸਾਹਮਣੇ ਆਈਆਂ ਨੇ, ਫੌਜ ਦੇ ਅੰਦਰੋਂ ਹੀ ਕੁਝ ਲੋਕਾਂ ਨੇ ਇਹ ਗੱਲ ਕਹੀ ਹੈਗੀ ਹੈ ਕਿ ਅੰਦਰ ਜਿਹੜਾ ਉਹ ਵਿਤਕਰਾ ਕੀਤਾ ਜਾਂਦਾ, ਚਾਹੇ ਉਹ BSF ਹੋਵੇ, ਚਾਹੇ ਉਹ BSF ਪੈਰਾਮਿਲਟਰੀ ਫੋਰਸਿਸ ਦੇ ਵਿੱਚ ਆ ਜਾਂਦੀ ਹੈਗੀ, ਬਾਰਡਰ ਸਿਕਿਉਰਿਟੀ ਫੋਰਸਿਸ ਦੇ ਵਿੱਚ, ਔਰ ਚਾਹੇ ਆ ਮਿਲਟਰੀ ਆਰਮੀ ਦੀ ਗੱਲ ਹੋਵੇ, ਉੱਥੇ ਵੀ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਤਕਰਾ ਜਿਹੜਾ ਉਹ ਕੀਤਾ ਜਾਂਦਾ ਅੰਦਰ। ਕੁਝ ਜਿਹੜੀਆਂ ਗੱਲਾਂ ਦੇ ਤੱਥ ਜਿਹੜੇ ਨਿਕਲ ਕੇ ਆਏ ਨੇ। ਹਾਲਾਂਕਿ ਮਿਲਟਰੀ ਦੇ ਵਿੱਚ ਇਹ ਹੁੰਦਾ ਕਿ ਜ਼ਿਆਦਾਤਰ ਖੁੱਲ੍ਹੇ ਤੌਰ 'ਤੇ ਕੁਝ ਵੀ ਬਾਹਰ ਨਹੀਂ ਆਉਂਦਾ, ਕਿਉਂਕਿ ਇੱਕ ਉਹਨਾਂ ਦਾ ਆਪਣਾ ਸੀਕਰੇਟ ਸਿਸਟਮ ਹੁੰਦਾ। ਦੂਜਾ ਜਿਹੜੀ ਗੱਲ ਹੈਗੀ ਆ ਹੁਣ ਕਿ ਅਗਨੀਪਥ ਸਕੀਮ ਲਾਗੂ ਹੋਈ ਆ, ਤੁਸੀਂ ਦੇਖਿਆ ਕਿੰਨਾ ਵਿਰੋਧ ਹੋਇਆ ਉਸ ਚੀਜ਼ ਦਾ, ਔਰ ਨੌਜਵਾਨ ਕਹਿੰਦੇ ਕਿ ਅਸੀਂ ਜਿਹੜੀ ਇੰਨੀ ਪ੍ਰੈਕਟਿਸ ਕਰ ਰਹੇ ਸੀ, ਇੰਨੀ ਤਿਆਰੀ ਕਰ ਰਹੇ ਸੀ, ਉਹ ਸਾਡੀ ਜਿਹੜਾ ਉਸ ਨੂੰ ਸ਼ਾਇਦ ਹੁਣ ਬੂਰ ਉਹਨਾਂ ਨਾ ਪਵੇ, ਕਿਉਂਕਿ 4 ਸਾਲ ਦਾ ਹੀ ਜਿਹੜਾ ਉਹ ਵਕਫਾ ਦਿੱਤਾ ਗਿਆ ਕਿ 4 ਸਾਲ ਬਾਅਦ ਜਿਹੜੀ ਆ ਉਹ ਰਿਟਾਇਰਮੈਂਟ ਹੋ ਜਾਏਗੀ। ਸੋ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਹੈ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਸ ਨੂੰ ਦੇਖਣਾ ਚਾਹੀਦਾ। ਸਰਕਾਰ ਨੂੰ ਧਰਨੇ ਪ੍ਰਦਰਸ਼ਨ ਵੀ ਹੋਏ, ਵੱਖ-ਵੱਖ ਪਾਰਟੀਆਂ ਨੇ ਵੀ ਵਿਰੋਧ ਕੀਤਾ, ਪਰ ਸਰਕਾਰ ਆਪਣੀ ਜਿਹੜੀ ਆ ਅੜੀ ਦੇ ਉੱਪਰ ਬਜਿੱਦਾ, ਜਿੱਦਾਂ 3 ਖੇਤੀ ਕਾਨੂੰਨਾਂ ਦੇ ਉੱਪਰ ਬਜਿੱਦ ਸੀ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਇਹ ਵੀ ਹੈਗਾ। ਖੈਰ ਕਿਸਾਨਾਂ ਨੇ 3 ਖੇਤੀ ਕਾਨੂੰਨ ਵਾਪਸ ਕਰਾ ਲਏ ਇੱਕ ਲੰਮਾ ਸੰਘਰਸ਼ ਕਰਕੇ, ਪਰ ਆਮ ਜਿਹੜੇ ਲੋਕ ਹੈਗੇ ਨੇ ਉਹ ਕਿਤੇ ਨਾ ਕਿਤੇ ਹੁਣ ਅਗਨੀਪਥ ਦੇ ਵਿੱਚ ਇਨਕਲੂਡਮੈਂਟ ਹੋ ਰਹੀ ਆ ਉਸ ਸਕੀਮ ਦੇ ਵਿੱਚ ਵੱਡੇ ਪੱਧਰ ਦੇ ਉੱਪਰ। ਸੋ ਇਹ ਲੋਕਾਂ ਨੂੰ ਦੇਖਣਾ ਹੋਏਗਾ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਰਨਾ ਹੈਗਾ। ਦੂਜਾ, ਉਹਨਾਂ ਨੇ ਬਿਜਲੀ ਦੀ ਗੱਲ ਕੀਤੀ ਹੈ ਵੇ ਸੋਲਰ, ਮੇਰੇ ਖਿਆਲ ਉਹ ਕਹਿ ਰਹੇ ਸੀ, ਉਹਨਾਂ ਦਾ ਜੋ ਕਹਿਣ ਦਾ ਮਤਲਬ ਸੀ ਕਿ ਸੋਲਰ ਜਿਹੜੇ ਪਲਾਂਟ ਨੇ, ਸੋਲਰ ਪੈਨਲ ਨੇ ਉਹ ਲਗਾ ਲੈਂਦੇ ਨੇ ਛੱਤ ਦੇ ਉੱਪਰ।
ਸੋ ਪੰਜਾਬ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ ਹੁਣ ਸ਼ੁਰੂ ਹੋ ਗਿਆ। ਲੋਕ ਆਪਣੇ ਛੱਤ ਦੇ ਉੱਪਰ ਸੋਲਰ ਪੈਨਲ ਲਗਾ ਰਹੇ ਨੇ ਔਰ ਜਿੰਨੀ ਖਪਤ ਹੁੰਦੀ ਹੈ ਉਨੀ ਬਿਜਲੀ ਜਿਹੜੀ ਹੈ ਉਹ ਤੁਹਾਨੂੰ ਦੇ ਦਿੱਤੀ ਜਾਂਦੀ ਹੈ ਔਰ ਵਾਧੂ ਬਿਜਲੀ ਜਿਹੜੀ ਆ ਉਹ ਜਿਹੜਾ ਬਿਜਲੀ ਬੋਰਡ ਦੇ ਕੋਲ ਚਲੇ ਜਾਂਦੀ ਹੈ ਔਰ ਬਿੱਲ ਜਿਹੜਾ ਤੁਹਾਡਾ ਉਸ ਹਿਸਾਬ ਨਾਲ ਹੀ ਆਉਂਦਾ ਹੈਗਾ। ਪੰਜਾਬ ਦੇ ਵਿੱਚ ਵੀ ਉੱਦਾਂ ਹੀ ਹੋ ਰਿਹਾ, ਪਰ ਹਰੇਕ ਬੰਦਾ ਜਿਹੜਾ ਉਹਨਾਂ ਕੈਪੇਬਲ ਨਹੀਂ ਹੈਗਾ, ਹਰੇਕ ਪਰਿਵਾਰ ਉਹਨਾਂ ਕੈਪੇਬਲ ਨਹੀਂ ਹੈਗਾ ਕਿ ਹਰ ਬੰਦਾ ਆਪਣੇ ਛੱਤ ਦੇ ਉੱਪਰ ਸੋਲਰ ਪੈਨਲ ਲਾ ਲੇ। ਔਰ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਛੱਤ ਹੋਣੀ ਚਾਹੀਦੀ ਹੈ। ਅਗਰ ਛੱਤ ਹੋਏਗੀ ਤਾਂ ਸੋਲਰ ਪੈਨਲ ਲਗਾਏਗਾ। ਬਹੁਤ ਜਨਤਾ ਤਾਂ ਐਸੀ ਹੈ ਜਿਨ੍ਹਾਂ ਕੋਲ ਜਿਹੜੀ ਆ ਉਹ ਛੱਤ ਹੀ ਹੈ ਨਹੀਂ ਗੀ। ਪਹਿਲਾਂ ਤਾਂ ਛੱਤ ਮੁਹੱਈਆ ਕਰਾਉਣ ਦੀ ਜ਼ਰੂਰਤ ਹੈ। ਛੱਤ ਮੁਹੱਈਆ ਹੋਏਗੀ ਫਿਰ ਉਹ ਸੋਲਰ ਪੈਨਲ ਜਿਹੜਾ ਉਹ ਲਗਾਉਣ ਬਾਰੇ ਸੋਚੇਗਾ। ਸੋ ਮੁਸ਼ਕਿਲਾਂ ਬਹੁਤ ਨੇ। ਡਿਵੈਲਪਡ ਮੁਲਕਾਂ ਦਾ ਅਤੇ ਇੰਡੀਆ ਦਾ ਬਹੁਤ ਜ਼ਿਆਦਾ ਅੰਤਰ ਹੈ। ਉਸਨੂੰ ਕੰਪੈਰੀਜ਼ਨ ਕਰਨਾ ਆਈ ਥਿੰਕ ਉਹ ਠੀਕ ਨਹੀਂ ਹੋਏਗਾ। ਪਰ ਹਾਂ ਚਲੋ ਜਿਹੜਾ NRI ਭਾਈਚਾਰਾ ਹੈ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਸੋਚਦਾ, ਕਿਉਂਕਿ ਇੱਥੋਂ ਪੰਜਾਬ ਤੋਂ ਹੀ ਗਿਆ। ਉਹਨਾਂ ਦਾ ਵੀ ਦਿਲ ਹੈਗਾ ਕਿ ਸਾਡਾ ਪੰਜਾਬ ਹੈ ਜਿਹੜਾ ਉਹ ਹੋਰ ਬਿਹਤਰ ਹੋਵੇ। ਆਪਾਂ ਇੱਕ ਚੀਜ਼ ਹੋਰ ਜਿਹੜੀ ਹੈ, ਮੇਰੇ ਖਿਆਲ ਸਮਾਂ ਘੱਟ ਹੋਏਗਾ, ਆਪਾਂ ਇੱਕ ਚੀਜ਼ ਹੋਰ ਡਿਸਕਸ ਕਰ ਲਈਏ ਕਿ ਬਿਜਲੀ ਸੋਧ ਬਿੱਲ ਹੈ ਜਿਹੜਾ 2020 ਉਹ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ ਔਰ ਵਿਰੋਧੀ ਧਿਰ ਦੇ ਪੁਰਜ਼ੋਰ ਹੰਗਾਮੇ ਤੋਂ ਬਾਅਦ ਵੀ ਜਿਹੜਾ ਇਹ ਬਿੱਲ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਹੋਇਆ ਔਰ ਜੋ ਵਿਰੋਧੀ ਧਿਰ ਇਸ ਦੇ ਉੱਪਰ ਵੋਟਿੰਗ ਮੰਗ ਰਿਹਾ ਸੀ ਕਿ ਬਿੱਲ ਜਿਹੜਾ ਪੇਸ਼ ਕਰਨਾ ਅਸੀਂ ਵਿਧਾਨ ਸਭਾ ਦੇ ਲੋਕ ਸਭਾ ਦੇ ਵਿੱਚ ਇਸ ਦੇ ਉੱਪਰ ਵੋਟਿੰਗ ਕਰਾਈ ਜਾਵੇ, ਤਾਂ ਜਿਹੜੇ ਸਪੀਕਰ ਹੈਗੇ ਨੇ ਓਮ ਬਿਰਲਾ, ਉਹਨਾਂ ਨੇ ਵੋਟਿੰਗ ਦਾ ਜਿਹੜਾ ਉਹਨਾਂ ਦਾ ਡਿਮਾਂਡ ਸੀ ਉਸ ਨੂੰ ਵੀ ਰੱਦ ਕਰ ਦਿੱਤਾ ਔਰ ਬਿੱਲ ਪੇਸ਼ ਕਰ ਦਿੱਤਾ। ਹੁਣ ਬਿੱਲ ਹੈ ਜਿਹੜਾ ਉਹ ਸਟੈਂਡਿੰਗ ਕਮੇਟੀ ਦੇ ਕੋਲ ਗਿਆ ਹੋਇਆ। ਮਾਹਰ ਇਹ ਗੱਲ ਕਹਿ ਰਹੇ ਨੇ ਕਿ ਅਗਰ ਇਹ ਬਿੱਲ ਇਨ ਭਿੰਨ ਲਾਗੂ ਹੋ ਜਾਂਦਾ ਹੈ ਤਾਂ ਨਿੱਜੀ ਕੰਪਨੀਆਂ ਦੀ ਜਿਹੜੀ ਆ ਮੋਨੋਪੋਲੀ ਹੋ ਜਾਏਗੀ ਔਰ ਜੋ ਬਿਜਲੀ ਵੀ ਹੈਗੀ ਆ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਟੋਟਲੀ ਤੌਰ ਤੇ ਚਲੀ ਜਾਏਗੀ। ਔਰ ਸਭ ਤੋਂ ਬੜਾ ਖਦਸ਼ਾ ਕਿਸਾਨਾਂ ਨੂੰ ਹੈ ਕਿ ਉਹਨਾਂ ਨੂੰ ਜਿਹੜੀ ਸਬਸਿਡੀ ਮਿਲਦੀ ਹੈ, ਮੁਫਤ ਬਿਜਲੀ ਮਿਲਦੀ ਹੈ, ਉਸ ਦੇ ਉੱਪਰ ਰੋਕ ਲੱਗ ਸਕਦੀ ਹੈ, ਕਿਉਂਕਿ ਉਹਦੇ ਵਿੱਚ ਕਈ ਕਲੌਜ਼ਸ ਜਿਹੜੀਆਂ ਹੈਗੀਆਂ ਨੇ ਉਹ ਇਹੋ ਜਿਹੀਆਂ ਹੈਗੀਆਂ ਨੇ। ਖਾਸ ਤੌਰ ਤੇ ਅਗਰ ਕਿਸੇ ਨਿੱਜੀ ਕੰਪਨੀ ਨੇ ਕਿਸੇ ਸੂਬੇ ਦੇ ਵਿੱਚ ਜਾ ਕੇ ਬਿਜਲੀ ਵੇਚਣੀ ਹੈਗੀ ਜਾਂ ਡਿਸਟ੍ਰੀਬਿਊਸ਼ਨ ਕਰਨੀ ਹੈਗੀ ਆ ਤਾਂ ਉਹਦੀ ਪਰਮਿਸ਼ਨ ਵੀ ਸੂਬੇ ਦੇ ਕੋਲ ਅਧਿਕਾਰ ਨਹੀਂ ਹੈ ਕਿ ਉਹ ਪਰਮਿਸ਼ਨ ਦੇਗਾ। ਕੇਂਦਰ ਨੇ ਉਸ ਬਿੱਲ ਦੇ ਰਾਹੀਂ ਉਹ ਅਧਿਕਾਰ ਵੀ ਜਿਹੜਾ ਆਪਣੇ ਦੇ ਕੋਲ ਰੱਖ ਲਿਆ ਕਿ ਕੇਂਦਰ ਅਗਰ ਕਿਸੇ ਨਿੱਜੀ ਕੰਪਨੀ ਨੂੰ ਕਿਸੇ ਸੂਬੇ ਦੇ ਵਿੱਚ ਭੇਜਣਾ ਚਾਹੁੰਦਾ ਤਾਂ ਕੇਂਦਰ ਉਹਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਇਸ਼ੂ ਕਰ ਸਕਦਾ ਹੈ ਅਗਰ ਉਹ ਬਿੱਲ ਕਾਨੂੰਨ ਬਣ ਜਾਂਦਾ ਹੈ। ਔਰ ਹੋਰ ਵੀ ਕਈ ਐਸੀਆਂ ਚੀਜ਼ਾਂ ਨੇ ਉਸ ਦੇ ਵਿੱਚ ਜਿਹੜੀਆਂ ਮਤਲਬ ਸ਼ਾਇਦ ਖਤਰਨਾਕ ਸਾਬਿਤ ਹੋ ਸਕਦੀਆਂ ਨੇ। ਵਿਰੋਧੀ ਧਿਰ ਇੱਥੋਂ ਤੱਕ ਕਹਿ ਰਿਹਾ ਕਿ ਇਹ ਵਾਲਾ ਜਿਹੜਾ ਮਾਡਲ ਹੈ ਇਹ ਬੰਬੇ ਔਰ UK ਦੇ ਵਿੱਚ ਪਹਿਲਾਂ ਹੀ ਜਿਹੜਾ ਉਹ ਟਰਾਈ ਕਰ ਚੁੱਕੇ ਨੇ ਔਰ ਟੋਟਲ ਤੌਰ ਤੇ ਫੇਲ ਹੋ ਚੁੱਕਿਆ। ਔਰ ਕਿਉਂ ਸਰਕਾਰ ਇਹ ਜਿਹੜਾ ਮਾਡਲ ਹੁਣ ਦੁਬਾਰਾ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਸਾਰੇ ਤੇ ਲਾਗੂ ਕਰਨਾ ਚਾਹੁੰਦੀ ਹੈ, ਨਿੱਜੀ ਕੰਪਨੀਆਂ ਦੇ ਹੱਥ ਜਿਹੜਾ ਸਾਰਾ ਕੁਝ ਫੜਾਉਣਾ ਚਾਹੁੰਦੀ ਹੈ। ਜੀ ਬਿਲਕੁਲ। ਤੇ ਅਗਲੇ ਕਾਲਰ ਸਾਡੇ ਨਾਲ ਜੁੜ ਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੈਂ ਤਾਂ ਆਪਣੇ ਆਏ ਸੀਗੇ ਮਾਈਕ ਦੇ ਉੱਤੇ, ਬੰਦੇ ਕਹਿੰਦੇ ਸੀ ਸਿਸਟਮੈਟਿਕਲੀ ਸਾਰਾ ਕੁਝ ਠੀਕ ਹੋ ਜਾਏਗਾ, ਪਰ ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਵੀ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਮੋਰ ਦੈਨ 2 to 3,000 ਪੀਪਲ ਜਿਹੜੇ ਕਿ 5 ਸਾਲ ਪਹਿਲਾਂ ਮਰ ਗਏ, ਉਹਨਾਂ ਨੂੰ ਪੈਨਸ਼ਨਾਂ ਦੇਈ ਜਾਂਦੇ ਆ। ਪੰਜਾਬ ਦੇ ਵਿੱਚ ਵੀ ਇਦਾਂ ਹੋ ਰਿਹਾ ਪਿਛਲੇ ਕਿੰਨੇ ਹੀ ਚਿਰ ਤੋਂ। ਤੇ ਲੋਟ ਆਫ ਪੀਪਲ ਲਾਈਕ ਦੇ ਡਾਈਡ, ਕਿਉਂਕਿ ਇਹਨਾਂ ਕੰਟਰੀਆਂ ਜਦੋਂ ਬੰਦਾ ਮਰਦਾ ਦੂਜੇ ਅਗਲੇ ਮਹੀਨੇ ਪੈਨਸ਼ਨ ਆਉਣੀ ਬੰਦ ਹੋ ਜਾਂਦੀ ਹੈ, ਕਿਉਂਕਿ ਉਹਨਾਂ ਕੋਲ ਰੈਕੋਰਡਸ ਹੁੰਦੇ ਆ, ਸਾਰਾ ਕੁਝ ਫਲਾਣਾ ਮਰ ਗਿਆ, ਇਹ ਹੋ ਗਿਆ। ਉਹ ਸਿਸਟਮੈਟਿਕਲੀ ਜਿਹੜੇ ਬੰਦੇ 5 ਸਾਲਾਂ ਤੋਂ ਫ੍ਰੀ ਦੇ ਵਿੱਚ ਪੈਨਸ਼ਨ ਖਾ ਰਹੇ ਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ। ਤੇ ਉਹ ਸਿਸਟਮੈਟਿਕਲੀ ਇਹ ਪੰਜਾਬ ਨੂੰ ਜਾਂ ਇਹ ਸਿਸਟਮ ਕਿੱਦਾਂ ਸੈੱਟ ਕਰਨਗੇ। ਸੋ ਮੇਰਾ ਇਹ ਕਹਿਣ ਦਾ ਮਤਲਬ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ। ਤਾਂ ਤਾਣਾ ਬਾਣਾ ਬੜਾ ਉਲਝਿਆ ਹੋਇਆ, ਸੁਲਝਾਉਣ ਦੇ ਵਿੱਚ ਹਾਲੇ ਬੜਾ ਟਾਈਮ ਲੱਗਣਾ, ਕਿਉਂਕਿ ਕਈ ਚੀਜ਼ਾਂ ਨੇ ਐਸੀਆਂ ਜਿਨ੍ਹਾਂ ਬਾਰੇ ਕਿਉਂਕਿ ਸਰਕਾਰ ਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਨੇ, ਤਕਰੀਬਨ ਸਾਰੇ ਨੁਮਾਇੰਦੇ ਨੇ ਜਿਹੜੇ ਨਵੇਂ ਨੇ, ਤਾਂ ਆਪਣਾ ਜਿਹੜਾ ਉਹਨਾਂ ਨੂੰ ਫੀਲਡ ਮਿਲਿਆ ਹੋਇਆ ਉਸ ਦੇ ਵਿੱਚ ਜਦੋਂ ਕਿਤੇ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਫਿਰ ਗੱਲ ਉਹੀ ਵਿਰੋਧੀ ਧਿਰਾਂ ਤੇ ਆ ਜਾਂਦੀ ਹੈ ਕਿ ਉਹ ਹੰਗਾਮਾ ਕਰਕੇ ਬਹਿ ਜਾਂਦੇ ਨੇ ਕਿ ਇੱਥੇ ਇਹ ਨਹੀਂ ਜੀ, ਇੱਥੇ ਇਹ ਹੋ ਗਿਆ, ਇੱਥੇ ਇਹ ਨਹੀਂ ਜੀ, ਇੱਥੇ ਇਹ ਕਰਤਾ। ਸੋ ਵਾਕਿਆ ਹੀ ਲੱਗਦਾ ਹੈ ਕਿ ਹਲੇ ਸਰਕਾਰ ਨੂੰ ਥੋੜ੍ਹਾ ਜਿਹਾ ਟਾਈਮ ਹੈ ਜਿਹੜਾ ਉਹ ਦੇਣਾ ਬਣਦਾ ਹੈ। ਨਵਦੀਪ, ਬਿਲਕੁਲ ਟਾਈਮ ਤਾਂ ਜ਼ਰੂਰ ਜਿਹੜਾ ਉਹ ਹਲੇ ਦੇਣਾ ਚਾਹੀਦਾ। ਟਾਈਮ ਹਲੇ ਕੁਝ ਵੀ ਨਹੀਂ ਹੋਇਆ ਹੈਗਾ ਔਰ ਦੇਖਣਾ ਚਾਹੀਦਾ ਕਿ ਸਰਕਾਰ ਕੀ ਕੁਝ ਕਰਦੀ ਹੈ। ਕਿਹਾ ਜਾਂਦਾ ਕਿ ਹਲੇ ਤਾਂ ਸਰਕਾਰ ਦਾ ਹਨੀਮੂਨ ਪੀਰੀਅਡ ਹੈ ਇੱਕ ਹਿਸਾਬ ਦੇ ਨਾਲ, ਕਿ ਹਲੇ ਤਾਂ ਸਰਕਾਰ ਬਣ ਕੇ ਆਈ ਹੈ ਔਰ ਜਿਹੜਾ ਉਹ ਟਾਈਮ ਲੱਗੇਗਾ ਘੱਟ ਤੋਂ ਘੱਟ ਜ਼ਿਆਦਾ ਨਹੀਂ ਤਾਂ 1 ਸਾਲ ਦਾ ਸਮਾਂ ਤਾਂ ਦੇਣਾ ਚਾਹੀਦਾ।
ਬਾਕੀ ਨਵਦੀਪ, ਇੰਡੀਆ ਦੇ ਵਿੱਚ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨੇ, ਚਾਹੇ ਉਹ ਸੂਬਾ ਸਰਕਾਰ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ, ਖਾਸ ਤੌਰ ਤੇ ਸੂਬਾ ਸਰਕਾਰ ਦੇ ਉੱਪਰ ਇਹ ਕਿਤੇ ਨਾ ਕਿਤੇ ਇਲਜ਼ਾਮ ਲੱਗਦੇ ਰਹੇ ਨੇ, ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ। ਕਾਂਗਰਸ ਵੇਲੇ ਵੀ ਕਿਹਾ ਜਾਂਦਾ ਸੀ ਕਿ ਇਹ ਤਾਂ ਹਾਈ ਕਮਾਂਡ ਤੋਂ ਚੱਲਦੇ ਨੇ, ਦਿੱਲੀ ਤੋਂ ਚੱਲਦੇ ਨੇ। ਸੇਮ ਇਹੀ ਗੱਲ ਜਿਹੜੀ ਆ ਹੁਣ ਆਮ ਆਦਮੀ ਪਾਰਟੀ ਦੇ ਉੱਪਰ ਕਹੀ ਜਾ ਰਹੀ ਹੈਗੀ ਆ ਕਿ ਦਿੱਲੀ ਤੋਂ ਕਮਾਂਡ ਲੈਂਦੇ ਨੇ, ਜਿਹੜਾ ਦਿੱਲੀ ਤੋਂ ਚੱਲਦੇ ਨੇ। ਸੋ ਉਹ ਇੱਕ ਚੀਜ਼ ਨਵਦੀਪ ਜ਼ਰੂਰ ਦੇਖਣ ਵਾਲੀ ਹੈ ਕਿ ਮੈਜੋਰਿਟੀ ਤੁਹਾਨੂੰ ਮੁੱਖ ਮੰਤਰੀ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਬਣਾਇਆ, ਨਾ ਕਿ ਦਿੱਲੀ ਦੇ ਲੋਕਾਂ ਨੇ ਜਾਂ ਦਿੱਲੀ ਦੇ ਕਿਸੇ ਅਹੁਦੇਦਾਰ ਨੇ ਬਣਾਇਆ ਹੈਗਾ। ਸੋ ਤੁਸੀਂ ਕੀ ਉਸ ਪ੍ਰੈਸ਼ਰ ਤੋਂ ਅੱਡ ਹੋ ਕੇ ਫੈਸਲੇ ਲੈ ਸਕਦੇ ਹੋ? ਕਿਉਂਕਿ ਜਦੋਂ ਤੁਸੀਂ ਐਡੇ ਵੱਡੇ ਅਹੁਦੇ ਤੇ ਵਿਰਾਜਮਾਨ ਹੁੰਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ, ਲੋਕਾਂ ਨੇ ਤੁਹਾਡੇ ਤੋਂ ਸਵਾਲ ਕਰਨਾ 5 ਸਾਲ ਬਾਅਦ ਕਿ ਤੁਸੀਂ ਕੀਤਾ ਕੁਛ ਜਾਂ ਨਹੀਂ ਕੀਤਾ ਹੈਗਾ। ਸੋ ਉਹ ਚੀਜ਼ ਜ਼ਰੂਰ ਹੈਗੀ ਹੈ ਕਿ ਦਿੱਲੀ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਜਾਂ ਆਪਣੇ ਜਿਹੜੇ ਹਾਈਅਰ ਪੋਜੀਸ਼ਨ 'ਤੇ ਨੇ ਉਹਨਾਂ ਤੋਂ ਪ੍ਰੈਸ਼ਰ 'ਚ ਆ ਕੇ ਕਿਤੇ ਅਜਿਹੇ ਕੋਈ ਫੈਸਲੇ ਤਾਂ ਨਹੀਂ ਲੈ ਲਏ ਜਾਂਦੇ। ਕਿਉਂਕਿ ਜਿਵੇਂ ਹੁਣ ਇੱਕ ਸਰਸਰੀ ਤੌਰ 'ਤੇ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਪਾਸ ਕੀਤਾ। ਮੈਂ ਪਹਿਲਾਂ ਵੀ ਕਿਹਾ ਕਿ ਵਿਰੋਧੀ ਧਿਰੇ ਸ਼ੰਕੇ ਜਤਾ ਰਿਹਾ ਤੇ ਇਲਜ਼ਾਮ ਵੀ ਲਗਾ ਰਿਹਾ ਕਿ ਪੰਜਾਬ ਇੱਕ ਪਾਸੇ ਤਾਂ ਤੁਸੀਂ ਸਿੱਧੂ ਮੂਸੇਵਾਲੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਸੀਗੇ ਉਹ ਵੀ ਵਿਡਰਾਅ ਕਰ ਲਏ ਪਬਲਿਕਲੀ, ਉਹ ਕਰਤੇ। ਦੂਜੇ ਪਾਸੇ ਤੁਸੀਂ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਿਹੜੇ ਇੰਨੇ ਗਨਮੈਨ, ਇੰਨੀ ਸਿਕਿਉਰਿਟੀ ਪੰਜਾਬ ਤੋਂ ਮੁਹੱਈਆ ਕਰਾਈ ਹੋਈ ਆ, ਉਹ ਕਾਹਦੇ ਲਈ ਕਰਾਈ ਹੋਈ ਹੈ? ਕੀ ਉਹ ਬਰਡਨ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਨਹੀਂ ਪੈ ਰਿਹਾ ਹੈਗਾ? ਉਹ ਸਵਾਲ ਵੀ ਕਿਤੇ ਨਾ ਕਿਤੇ ਐਡਰੈਸ ਕਰਨ ਦੀ ਲੋੜ ਹੈ। ਠੀਕ ਹੈ, ਸਰਕਾਰ ਚੰਗੇ ਫੈਸਲੇ ਕਰ ਰਹੀ ਹੈ, ਇੱਕ ਵਿਧਾਇਕ ਇੱਕ ਪੈਨਸ਼ਨ ਸਕੀਮ ਲੈ ਕੇ ਆਈ ਹੈ, ਚੰਗੀ ਗੱਲ ਹੈ। ਬਿਜਲੀ ਦੇ ਉੱਪਰ ਜਿਹੜੇ ਫੈਸਲੇ ਕੀਤੇ ਨੇ ਚੰਗੀ ਗੱਲ ਹੈ। ਅਗਰ ਨਵੀਆਂ ਭਰਤੀਆਂ ਹੋ ਰਹੀਆਂ ਨੇ ਚੰਗੀ ਗੱਲ ਹੈ। ਪਰ ਜਿੱਥੇ ਸਰਕਾਰ ਕੋਈ ਗਲਤ ਕਰ ਰਹੀ ਹੈ ਉਸ ਨੂੰ ਦੇਖਣਾ ਵੀ ਪਏਗਾ, ਉਸ ਦੇ ਖਿਲਾਫ ਆਵਾਜ਼ ਬੁਲੰਦ ਵੀ ਕਰਨੀ ਪਏਗੀ। ਇਹੀ ਇੱਕ ਨਾਗਰਿਕ ਦਾ ਜਿਹੜਾ ਉਹ ਫਰਜ਼ ਹੁੰਦਾ, ਕਿਉਂਕਿ ਜਾਂ ਵਿਰੋਧੀ ਧਿਰ ਦਾ ਕਹਿ ਲਓ ਕਿ ਇਹੀ ਇੱਕ ਫਰਜ਼ ਹੁੰਦਾ ਕਿ ਉਹਨੇ ਸਰਕਾਰ ਦੀ ਉਸ ਜਿਹੜਾ ਜਿੱਥੇ ਸਰਕਾਰ ਗਲਤ ਚੱਲ ਰਹੀ ਹੈ ਉਹਦੀ ਆਲੋਚਨਾ ਕਰਨੀ ਹੈ ਤਾਂ ਕਿ ਸਰਕਾਰ ਹੈ ਜਿਹੜੀ ਉਹ ਉਸ ਉੱਥੋਂ ਹਟ ਸਕੇ। ਜੀ ਬਿਲਕੁਲ। ਤਾਂ ਸਮਾਂ ਸਾਡੇ ਕੋਲ ਸਿਰਫ 2 ਜਾਂ 2.5 ਮਿੰਟ ਤਾਂ ਬਾਕੀ ਰਹਿ ਗਿਆ। ਜਾਂਦੇ ਜਾਂਦੇ ਅਸੀਂ ਆਪਾਂ ਅਗਲੀ ਖਬਰ ਵੀ ਕਰਾਂਗੇ ਕਿ ਲੋਕਾਂ ਨੂੰ ਘਰ ਬਣਾਉਣੇ ਬੜੇ ਮਹਿੰਗੇ ਪੈ ਰਹੇ ਨੇ। ਰੇਤਾ ਬਜਰੀ ਦੀਆਂ ਕੀਮਤਾਂ ਨੇ ਜਿਹੜੀਆਂ ਅਸਮਾਨ ਨੂੰ ਛੂਹ ਰਹੀਆਂ ਨੇ, ਪਰ ਮਾਨ ਸਰਕਾਰ ਇੱਥੇ ਵੀ ਦਿਲਾਸਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਦੇ ਵਿੱਚ ਵੀ ਸੋਧ ਕੀਤੀ ਜਾਵੇਗੀ। ਜੀ ਨਵਦੀਪ, ਇੱਕ ਹੋਰ ਚੰਗਾ ਫੈਸਲਾ ਜਿਹੜਾ ਉਹ ਮਾਨ ਸਰਕਾਰ ਦੇ ਵੱਲੋਂ ਲਿਆ ਗਿਆ। ਰੇਤਾ ਬਜਰੀ ਇੱਕ ਬੜਾ ਵੱਡਾ ਇਸ਼ੂ, ਚਾਹੇ ਅਕਾਲੀਆਂ ਦੇ ਵੇਲੇ ਹੋਵੇ ਚਾਹੇ ਕਾਂਗਰਸ ਦੇ ਵੇਲੇ ਹੋਵੇ, ਇੱਕ ਬਹੁਤ ਵੱਡਾ ਇਸ਼ੂ ਰਿਹਾ ਰੇਤੇ ਬਜਰੀ ਦਾ। ਅਕਾਲੀਆਂ ਵੇਲੇ ਕਾਂਗਰਸ ਅਕਾਲੀਆਂ ਤੇ ਇਲਜ਼ਾਮ ਲਾਉਂਦੇ ਸੀ ਕਿ ਇਹਨਾਂ ਨੇ ਮਾਫੀਆ ਖੜਾ ਕਰਤਾ ਰੇਤਾ ਬਜਰੀ ਦਾ। ਉਸ ਤੋਂ ਬਾਅਦ ਕਾਂਗਰਸ ਆਉਂਦੀ ਹੈ ਤਾਂ ਜਿਵੇਂ ਬਿਜਲੀ ਦੇ ਉੱਪਰ ਕਾਂਗਰਸ ਕੁਛ ਨਹੀਂ ਸਾਬਤ ਹੁੰਦੀ, ਉਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ 4.5 ਸਾਲ ਰਹਿੰਦੇ ਨੇ, ਪਰ ਰੇਤੇ ਬਜਰੀ ਨੂੰ ਸਸਤਾ ਕਰਨ ਦੇ ਵਿੱਚ ਨਾਕਾਮ ਰਹਿੰਦੇ ਨੇ। ਔਰ ਰੇਤਾ ਬਜਰੀ ਸਸਤਾ ਨਹੀਂ ਹੁੰਦਾ। ਫਿਰ ਚੰਨੀ ਆਉਂਦੇ ਨੇ, ਚੰਨੀ ਕਹਿੰਦੇ ਨੇ ਕਿ ਮੈਂ 5.5 ਰੁਪਏ ਜਿਹੜਾ ਪ੍ਰਤੀ ਘਣ ਫੁੱਟ ਜਿਹੜਾ ਉਹ ਰੇਤਾ ਕਰ ਦਿੱਤਾ ਹੈਗਾ 5.5 ਰੁਪਏ। ਪਰ ਆਪਾਂ ਬਾਜ਼ਾਰ 'ਚ ਦੇਖੀਏ ਤਾਂ ਰੇਤਾ ਉਹੀ 40 ਰੁਪਏ 45 ਰੁਪਏ ਫੁੱਟ ਦੇ ਹਿਸਾਬ ਨਾਲ ਜਿਹੜਾ ਉਹ ਵਿਕ ਰਿਹਾ ਸੀ। ਹੁਣ ਜਿਹੜਾ ਉਹ ਹਰਜੋਤ ਬੈਂਸ ਜੋ ਕਿ ਖਨਨ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਫੈਸਲਾ ਲਿਆ, ਪੰਜਾਬ ਦੀ ਪੂਰੀ ਵਜ਼ਾਰਤ ਨੇ ਫੈਸਲਾ ਲਿਆ ਮੁੱਖ ਮੰਤਰੀ ਦੀ ਅਗਵਾਈ ਹੇਠ, ਭਗਵੰਤ ਮਾਨ ਉਹਨਾਂ ਦੀ, ਕਿ ਰੇਤਾ ਜਿਹੜਾ ਹੈਗਾ ਉਹ 9 ਰੁਪਏ ਪ੍ਰਤੀ ਘਣ ਫੁੱਟ ਜਿਹੜਾ ਉਹ ਲੋਕਾਂ ਨੂੰ ਮਿਲੇਗਾ। ਇਸ ਦੇ ਵਿੱਚ ਇਹ ਤੱਥ ਜ਼ਰੂਰ ਹੈ ਕਿ 9 ਰੁਪਏ ਪ੍ਰਤੀ ਘਣ ਫੁੱਟ ਦੇ ਰੇਤਾ ਜ਼ਰੂਰ ਹੈਗਾ, ਪਰ ਇਹਦੀ ਟਰਾਂਸਪੋਰਟੇਸ਼ਨ, ਅਗਰ ਤੁਸੀਂ ਉਹਨੂੰ ਆਪਣੇ ਜਿੱਥੇ ਤੁਸੀਂ ਕੋਈ ਉਸਾਰੀ ਕਰ ਰਹੇ ਹੋ, ਕਿਤੇ ਮਕਾਨ ਬਣਾ ਰਹੇ ਹੋ ਜਾਂ ਕੋਈ ਵੀ ਚੀਜ਼ ਦੀ ਉਸਾਰੀ ਹੋ ਰਹੀ ਆ, ਉੱਥੇ ਤੱਕ ਦੀ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਵੱਖਰੀ ਹੋਏਗੀ। ਰੇਤਾ ਤੁਹਾਨੂੰ ਉਸ ਸਾਈਟ ਤੋਂ 9 ਰੁਪਏ ਪ੍ਰਤੀ ਘਣ ਫੁੱਟ ਜ਼ਰੂਰ ਮਿਲ ਜਾਏਗਾ। ਦੂਜਾ ਬਜਰੀ ਜਿਹੜੀ ਆ ਉਹਦਾ ਰੇਟ ਤੈਅ ਕੀਤਾ ਗਿਆ 20 ਰੁਪਏ ਪ੍ਰਤੀ ਘਣ ਫੁੱਟ ਜਿਹੜੀ ਆ ਉਹ ਬਜਰੀ ਦਾ ਰੇਟ ਤੈਅ ਕੀਤਾ ਗਿਆ। ਹੁਣ ਇਹ ਫੈਸਲਾ ਜ਼ਰੂਰ ਹੋ ਗਿਆ, ਪਰ ਉਸ ਰੇਟ ਨਾਲ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਕੁਝ ਦਿਨ 'ਚ ਪਤਾ ਲੱਗ ਜਾਏਗਾ, ਕਿਉਂਕਿ 5.5 ਰੁਪਏ ਪ੍ਰਤੀ ਘਣ ਫੁੱਟ ਜਿਹੜਾ ਹੈ ਉਹ ਸੀਐਮ ਚੰਨੀ ਨੇ ਵੀ ਐਲਾਨ ਕੀਤਾ ਸੀ, ਪਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਹੈਗਾ ਕਿ ਜਿਹੜਾ ਰੇਤਾ ਹੈ ਉਹ 40 ਰੁਪਏ 45 ਰੁਪਏ ਫੁੱਟ। ਮੈਨੂੰ ਖੁਦ ਨੂੰ ਜ਼ਰੂਰਤ ਸੀ, ਮੈਂ 40 ਰੁਪਏ ਫੁੱਟ ਰੇਤਾ ਖਰੀਦ ਕੇ ਜਿਹੜਾ ਉਹ ਆਪਣਾ ਕੰਮ ਕੀਤਾ ਹੈਗਾ ਉਸਾਰੀ ਦਾ। ਤੋ ਹੁਣ ਜਿਹੜਾ ਇਹ ਦੇਖਣਾ ਹੈ ਕਿ ਸਰਕਾਰ ਨੇ ਫੈਸਲਾ ਜ਼ਰੂਰ ਲੈ ਲਿਆ, ਕੀ ਇਹ ਇਨ ਭਿੰਨ ਲਾਗੂ ਹੋ ਜਾਂਦਾ? ਅਗਰ ਹੋ ਜਾਏਗਾ ਤਾਂ ਜ਼ਰੂਰ
ਲੋਕਾਂ ਨੂੰ ਇੱਕ ਵੱਡੀ ਰਾਹਤ ਹੋਏਗੀ ਕਿ ਲੋਕਾਂ ਦੀ ਡਿਮਾਂਡ ਸੀ ਕਿ ਰੇਤਾ ਬਜਰੀ ਸਸਤਾ ਹੋਣਾ ਚਾਹੀਦਾ, ਮਾਫੀਆ ਖਤਮ ਹੋਣਾ ਚਾਹੀਦਾ। ਜੀ ਬਿਲਕੁਲ। ਤੇ ਬਲਦੀਪ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜਦੇ ਹੋ, ਆਪਣਾ ਪੱਖ ਰੱਖਦੇ ਹੋ, ਬਹੁਤ ਸਾਰੇ ਸਵਾਲ ਕਰਦੇ ਹੋ। ਬਹੁਤ ਚੰਗਾ ਲੱਗਦਾ ਹੈ ਕਿ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹਿੰਦੇ ਹੋ, ਇਸ ਪ੍ਰੋਗਰਾਮ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ। ਤਾਂ ਆਸ ਕਰਾਂਗੇ ਕਿ ਅੱਗੇ ਵੀ ਤੁਸੀਂ ਇਸੇ ਤਰੀਕੇ ਨਾਲ ਹੀ ਪਿਆਰ ਦਿੰਦੇ ਰਹੋਗੇ। ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੁੰਦਾ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ। ਸੋ ਜਿਹੜੇ ਦਰਸ਼ਕ ਨੇ ਉਹ ਇਸ ਪ੍ਰੋਗਰਾਮ ਨੂੰ ਵੇਖਣ ਕੰਨਿਓ ਰਹਿ ਜਾਂਦੇ ਨੇ, ਉਹਨਾਂ ਦੇ ਲਈ ਵੀ ਦੱਸ ਦਵਾਂ ਕਿ ਤੁਸੀਂ ਫੇਸਬੁੱਕ ਤੇ YouTube ਦੇ ਜ਼ਰੀਏ ਇਸ ਪ੍ਰੋਗਰਾਮ ਨੂੰ ਵੇਖ ਸਕਦੇ ਹੋ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਨਾ ਹੀ ਜੀ, ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੇਂ ਮਸਲਿਆਂ ਦੇ ਨਾਲ। ਤਦ ਤੱਕ ਦੇ ਲਈ ਸਾਨੂੰ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ।